ਸੰਤ ਜਰਨੈਲ ਸਿੰਘ ਦਾ ਉਭਾਰ। ਇਹ ਰੱਬੀ ਸੰਜੋਗ ਸੀ ਕਿ ਸੰਤ ਜਰਨੈਲ ਸਿੰਘ ਦਾ ਜਨਮ ਭਾਰਤ ਦੀ ਆਜ਼ਾਦੀ ਦੇ ਆਗਮਨ ਵਾਲੇ ਸਾਲ 1947 ਦੇ ਵਿੱਚ ਪੰਜਾਬ ਦੇ ਵਿਚਕਾਰ ਸਥਿਤ ਮੁਕਤਸਰ ਦੇ ਨੇੜੇ ਪਿੰਡ ਰੋਡੇ ਵਿੱਚ ਬਾਬਾ ਜੋਗਿੰਦਰ ਸਿੰਘ ਦੇ ਬਰਾੜ ਸਿੱਖ ਪਰਿਵਾਰ ਵਿੱਚ ਹੋਇਆ। ਬਾਬਾ ਜੋਗਿੰਦਰ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਸ਼ਰਧਾਲੂ ਸੀ, ਉਹਨਾਂ ਨੂੰ 7 ਪੁੱਤਰਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਸੀ। ਇਹਨਾਂ ਵਿੱਚੋਂ ਸੰਤ ਜਰਨੈਲ ਸਿੰਘ ਜੀ ਸਭ ਤੋਂ ਛੋਟੇ ਸਨ, ਜਿਨ੍ਹਾਂ ਦੀ ਅਸਲ ਜਨਮ ਮਿਤੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਸੰਤ ਜਰਨੈਲ ਸਿੰਘ ਜੀ ਨੇ 5ਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਵਿਖੇ ਪੜ੍ਹਾਈ ਕੀਤੀ ਅਤੇ ਉਸ ਪਿੰਡ ਵਿੱਚ ਹੀ ਗੁਰੂ ਤੇਗ ਬਹਾਦਰ ਖਾਲਸਾ ਹਾਈ ਸਕੂਲ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਕਰਾਇਆ ਗਿਆ। ਪਰ ਉਹਨਾਂ ਨੇ ਰਵਾਇਤੀ ਪੜ੍ਹਾਈ ਨੂੰ ਤਿਆਗ ਦਿੱਤਾ ਕਿਉਂਕਿ ਉਹਨਾਂ ਦਾ ਧਰਮ ਵੱਲ ਬੇਹੱਦ ਰੁਝਾਨ ਸੀ ਅਤੇ ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਸਿਮਰਨ ਅਤੇ ਖੇਤੀਬਾੜੀ ਵਿੱਚ ਮਸ਼ਰੂਫ ਕਰ ਲਿਆ। ਦਮਦਮੀ ਟਕਸਾਲ ਦੇ ਤਤਕਾਲੀ ਜਥੇਦਾਰ ਸੰਤ ਗੁਰਬਚਨ ਸਿੰਘ ਜੀ ਅਕਸਰ ਪਿੰਡ ਰੋਡੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਦਿਨ ਉਹਨਾਂ ਦੀ ਨੌਜਵਾਨ ਜਰਨੈਲ ਸਿੰਘ ਉੱਤੇ ਨਿਗਾਹ ਪਈ, ਜੋ ਉਹਨਾਂ ਦੇ ਅਨੁਭਵ ਅਨੁਸਾਰ ਇੱਕ ਰੂਹਾਨੀ ਅਤੇ ਸੈਨਿਕ ਖੂਬੀਆਂ ਦਾ ਮਾਲਕ ਸੀ। ਉਹ ਉਸ ਦੀ ਆਕਰਸ਼ਕ ਸ਼ਖਸੀਅਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਪਣੇ ਪੁੱਤਰ ਦੀਆਂ ਸੇਵਾਵਾਂ ਟਕਸਾਲ ਦੇ ਸਪੁਰਦ ਕਰਨ ਲਈ ਕਿਹਾ। ਬਾਬਾ ਜੀ, ਜੋ ਖੁਦ ਇੱਕ ਨਿਸ਼ਠਾਵਾਨ ਸਿੱਖ ਸਨ, ਉਹਨਾਂ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾ ਦਿੱਤੀ ਅਤੇ ਸੰਤ ਜਰਨੈਲ ਸਿੰਘ ਜੀ ਨੂੰ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਲੈ ਗਏ, ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਸੀ। ਉੱਥੇ ਸੰਤ ਗੁਰਬਚਨ ਸਿੰਘ ਜੀ ਨੇ ਉਸ ਨੂੰ ਪੌਲ ਛਕਾ ਕੇ ਧਰਮ ਪ੍ਰਵੇਸ਼ ਕਰਾਇਆ। ਉਦੋਂ ਤੋਂ ਸੰਤ ਜਰਨੈਲ ਸਿੰਘ ਜੀ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਦਾ ਅਨੁਯਾਈ ਅਤੇ ਸਦੀਵੀ ਸਿਪਾਹੀ ਬਣ ਗਏ। ਧਰਮ ਪ੍ਰਵੇਸ਼ ਤੋਂ ਪਹਿਲਾਂ ਵੀ ਸੰਤ ਜਰਨੈਲ ਸਿੰਘ ਜੀ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਨਾਲ-ਨਾਲ ਨਿਤਨੇਮ ਅਤੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ। ਧਰਮ ਪ੍ਰਵੇਸ਼ ਭਾਵ ਖਾਲਸਾ ਸਜਣ ਤੋਂ ਬਾਅਦ ਉਹਨਾਂ ਨੇ ਜਪਜੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਾਰੀ ਬਾਣੀ ਨੂੰ ਜ਼ੁਬਾਨੀ ਯਾਦ ਕਰ ਲਿਆ। ਸੰਤ ਜਰਨੈਲ ਸਿੰਘ ਜੀ ਮਸਾਂ 19 ਵਰ੍ਹਿਆਂ ਦੇ ਸੀ ਜਦੋਂ ਉਹਨਾਂ ਦਾ ਵਿਆਹ ਪਿੰਡ ਬਿਲਾਸਪੁਰ ਦੇ ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਕੀਤਾ ਗਿਆ। ਉਹਨਾਂ ਨੂੰ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ ਨਾਮੀ ਦੇ 2 ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਜਦੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਲੁਧਿਆਣਾ ਸ਼ਹਿਰ ਨੇੜੇ ਜਾਨਲੇਵਾ ਦੁਰਘਟਨਾ ਦਾ ਸ਼ਿਕਾਰ ਹੋਏ ਅਤੇ ਆਖਿਰਕਾਰ ਅਗਸਤ 1977 ਵਿੱਚ ਚਲਾਣਾ ਕਰ ਗਏ, ਤਾਂ ਅਕਾਲੀ ਦਲ ਅਤੇ ਅਕਾਲੀ ਸਰਕਾਰ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸੰਤ ਜਰਨੈਲ ਸਿੰਘ ਨੂੰ ਟਕਸਾਲ ਦਾ ਜਥੇਦਾਰ ਥਾਪਿਆ ਗਿਆ। ਸੰਤ ਜਰਨੈਲ ਸਿੰਘ ਉਦੋਂ ਭਾਵੇਂ ਮਸਾਂ 30 ਵਰ੍ਹਿਆਂ ਦੇ ਸੀ, ਪਰ ਉਹ ਇੱਕ ਦੂਰ ਅੰਦੇਸ਼ ਆਗੂ ਅਤੇ ਰਾਹਨੁਮਾ ਵਾਲੇ ਸਭ ਗੁਣਾਂ ਦੇ ਮਾਲਕ ਸਨ। ਪਰੰਤੂ ਅਕਾਲੀ ਲੀਡਰਸ਼ਿਪ ਅਤੇ ਅਕਾਲੀ ਸਰਕਾਰ ਨੇ ਉਹਨਾਂ ਦੇ ਭੀਤਰੀ ਗੁਣਾਂ ਅਤੇ ਅਸੀਮ ਲੁਕਵੀ ਸ਼ਕਤੀ ਦਾ ਗਲਤ ਅੰਦਾਜ਼ਾ ਲਗਾ ਲਿਆ। ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਨੂੰ ਧਾਰਮਿਕ ਰਾਜਸੀ ਮਾਮਲਿਆਂ ਦੇ ਦਲਦਲ ਭਰੇ ਅਤੇ ਵੱਲ-ਛਲ ਭਰਪੂਰ ਖੇਤਰ ਵਿੱਚ ਮਹਿਜ ਅਲੜ ਸਿੱਖ ਹੀ ਸਮਝਿਆ। ਉਹ ਸਹਿਜੇ ਹੀ ਭੁੱਲ ਗਏ ਕਿ ਮਹਾਨ ਨੇਤਾ ਜਮਾਂਦਰੂ ਹੀ ਹੁੰਦੇ ਹਨ, ਉਹਨਾਂ ਨੂੰ ਮਹਾਨ ਬਣਾਇਆ ਨਹੀਂ ਜਾਂਦਾ। ਅਤੇ ਸੰਤ ਜਰਨੈਲ ਸਿੰਘ ਜੀ ਇੱਕ ਜਮਾਂਦਰੂ ਨੇਤਾ ਸਨ। ਅਕਾਲੀ ਲੀਡਰਸ਼ਿਪ ਨੇ ਆਪਣੀ ਤਾਕਤ ਦੇ ਭਰਮ ਵਿੱਚ ਮਦਹੋਸ਼ ਰਹਿੰਦੇ ਹੋਏ ਨਿਰੰਕਾਰੀਆਂ ਵੱਲੋਂ ਸਿੱਖ ਧਰਮ ਅਤੇ ਸਿੱਖ ਗੁਰੂਆਂ ਉੱਪਰ ਕੀਤੇ ਜਾ ਰਹੇ ਹਮਲੇ ਵਿਰੁੱਧ ਸੰਤ ਜਰਨੈਲ ਸਿੰਘ ਵੱਲੋਂ ਆਰੰਭੇ ਅੰਦੋਲਨ ਦਾ ਮਾਮੂਲੀ ਨੋਟਿਸ ਤੱਕ ਨਾ ਲਿਆ ਅਤੇ ਨਾ ਹੀ ਆਪ ਉਹਨਾਂ ਨੇ ਇਸ ਆਕਰਮਣ ਦਾ ਵਿਰੋਧ ਕੀਤਾ। ਇਸ ਦੇ ਉਲਟ ਉਹਨਾਂ ਨੇ ਸੰਤ ਜਰਨੈਲ ਸਿੰਘ ਦੇ ਅੰਦੋਲਨ ਵਿੱਚ ਕਈ ਰੁਕਾਵਟਾਂ ਖੜੀਆਂ ਕੀਤੀਆਂ ਅਤੇ ਉਹਨਾਂ ਨੂੰ ਰਸਤੇ ਤੋਂ ਲਾਂਭੇ ਹਟਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਅਕਾਲੀਆਂ ਨੇ ਸਿੱਖ ਵਿਰੋਧੀ ਭੰਡੀ ਪ੍ਰਚਾਰ ਵਾਲੀਆਂ ਕਾਰਵਾਈਆਂ ਲਈ ਨਿਰੰਕਾਰੀ ਮੁਖੀ ਨੂੰ ਕੇਂਦਰ ਸਰਕਾਰ ਵੱਲੋਂ ਅੰਦਰ ਖਾਤੇ ਦਿੱਤੀ ਜਾ ਰਹੀ ਹਮਾਇਤ ਵੱਲ ਵੀ ਕੋਈ ਤਵੱਜੋ ਨਾ ਦਿੱਤੀ। ਆਪਣੇ ਵਿਰੋਧ ਇਹਨਾਂ ਸਾਰੀਆਂ ਦੁਸ਼ਮਣ ਤਾਕਤਾਂ ਦੇ ਜੁਟੇ ਹੋਣ ਦੇ ਬਾਵਜੂਦ ਸੰਤ ਜਰਨੈਲ ਸਿੰਘ ਜੀ ਆਪਣੇ ਅਕੀਦੇ ਉੱਤੇ ਦ੍ਰਿੜ ਰਹੇ ਅਤੇ ਨਿਰੰਕਾਰੀਆਂ ਦੇ ਹੱਲੇ ਵਿਰੁੱਧ ਇਕੱਲੇ ਹੀ ਯੋਧਿਆਂ ਵਾਂਗ ਡਟ ਕੇ ਬਹਾਦਰੀ ਨਾਲ ਗੁਰੂ ਨਾਨਕ ਦੇ ਮੱਤ ਦੀ ਰਾਖੀ ਕੀਤੀ। ਬ੍ਰਾਹਮਣ ਹਿੰਦੂਆਂ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਭਲੀ ਭਾਂਤ ਪਤਾ ਸੀ ਕਿ ਭਾਰਤ ਅੰਦਰ ਸਿੱਖ ਹੀ ਇੱਕੋ ਇੱਕ ਜੰਗਜੂ ਕੌਮ ਸੀ, ਜਿਸ ਵਿੱਚ ਆਪਣੇ ਹੱਕਾਂ ਖਾਤਰ ਲੜਨ ਲਈ ਅਨੰਤ ਸ਼ਕਤੀ, ਜਿਗਰਾ ਅਤੇ ਦ੍ਰਿੜਤਾ ਸੀ। ਇਸ ਹਿੰਦੂ ਰਾਜ ਪ੍ਰਬੰਧ ਨੂੰ ਇਹ ਵੀ ਗਿਆਨ ਸੀ ਕਿ ਸਿੱਖਾਂ ਨੂੰ ਸ਼ਕਤੀ ਰਾਹੀਂ ਹਮੇਸ਼ਾ ਵਾਸਤੇ ਦਬਾਇਆ ਨਹੀਂ ਜਾ ਸਕਦਾ। ਇਸ ਲਈ ਉਹਨਾਂ ਨੇ ਬੜੀ ਚਲਾਕੀ ਨਾਲ ਸਿੱਖ ਧਰਮ ਨੂੰ ਤਬਾਹ ਕਰਨ ਅਤੇ ਇਸ ਨੂੰ ਗਿਣਤੀ ਪੱਖੋਂ ਖੋਖਲਾ ਕਰਨ ਲਈ ਕੌਟਲਿਆ ਵੱਲੋਂ ਅਰਥ ਸ਼ਾਸਤਰ ਵਿੱਚ ਪ੍ਰਸਤੁਤ ਕੀਤੀ ਕੁਟਲਨੀਤੀ ਲਾਗੂ ਕਰਨ ਦੀ ਤਕਰੀਬ ਬਣਾਈ
ਆਪਣੇ ਮੰਦਭਾਵੀ ਵਾਲੇ ਟੀਚੇ ਦੀ ਪ੍ਰਾਪਤੀ ਹਿੱਤ ਭਾਰਤ ਸਰਕਾਰ ਨੇ ਹੋਰਨਾਂ ਚਾਲਾਂ ਦੇ ਨਾਲ-ਨਾਲ ਨਿਰੰਕਾਰੀ ਮੰਡਲ ਦੇ ਮੁਖੀ ਗੁਰਬਚਨ ਸਿੰਘ ਨੂੰ ਸਿੱਖ ਧਰਮ ਅਤੇ ਇਸ ਦੇ ਗੁਰੂਆਂ ਉੱਪਰ ਪ੍ਰਚੰਡ ਹਮਲਾ ਸ਼ੁਰੂ ਕਰਨ ਲਈ ਸਰਪ੍ਰਸਤੀ ਦਿੱਤੀ, ਉਤਸ਼ਾਹਿਤ ਕੀਤਾ ਅਤੇ ਉਸ ਦੀ ਮਦਦ ਕੀਤੀ। ਭਾਰਤ ਸਰਕਾਰ ਦੇ ਸਹਾਇਕ ਨਿਰੰਕਾਰੀ ਮੁਖੀ ਨੇ ਸਰਕਾਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਹਿੱਤ ਅਤੇ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਸਵੈ ਉੱਨਤੀ ਪ੍ਰਾਪਤ ਕਰਕੇ ਆਪਣਾ ਪ੍ਰਭਾਵ ਕਬੂਲ ਸਕਣ ਵਾਲੇ ਬੁੱਧੀਹੀਣੀ ਸਿੱਖਾਂ ਦਰਮਿਆਨ ਆਪਣੇ ਕਾਰਜ ਖੇਤਰ ਵਿੱਚ ਵਾਧਾ ਕਰਨ ਦੀ ਇੱਛਾ ਨਾਲ ਇਸ ਮੰਦ ਭਾਵਨਾ ਦੇ ਨਾਲ ਸੋਚੀ ਯੋਜਨਾ ਉੱਤੇ ਤੁਰੰਤ ਅਮਲ ਕੀਤਾ। ਇਸ ਤਰ੍ਹਾਂ ਸਰਕਾਰ ਦੇ ਉਕਸਾਉਣ ਉੱਤੇ ਉਸਨੇ ਸਿੱਖ ਧਰਮ ਦੇ ਖਿਲਾਫ ਘਾਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਅਤੇ ਸਿੱਖਾਂ ਦੀ ਮਾਤ ਭੂਮੀ ਹੋਣ ਦੇ ਨਾਤੇ ਪੰਜਾਬ ਨੂੰ ਉਸਨੇ ਆਪਣੀਆਂ ਸਰਗਰਮੀਆਂ ਦਾ ਮੁੱਖ ਅੱਡਾ ਬਣਾਇਆ। ਗੁਰਬਚਨ ਸਿੰਘ ਨੇ ਆਪਣੇ ਉਦੇਸ਼ ਦੀ ਪੂਰਤੀ ਹਿੱਤ ਹੁਸ਼ਿਆਰਪੁਰ ਵਿਖੇ 13 ਅਪ੍ਰੈਲ 1973 ਨੂੰ ਆਪਣੇ ਅਨੁਯਾਈਆਂ ਦਾ ਸੰਮੇਲਨ ਕੀਤਾ ਅਤੇ ਸਿੱਖ ਗੁਰੂਆਂ ਅਤੇ ਉਹਨਾਂ ਦੇ ਧਰਮ ਦੇ ਵਿਰੁੱਧ ਅਪਮਾਨਕਜਨਕ ਟੀਕਾ ਟਿੱਪਣੀ ਕੀਤੀ। ਕਿਸੇ ਵੀ ਸਿੱਖ ਜਥੇਬੰਦੀ ਜਾਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹੱਦ ਤੱਕ ਭਰਪੂਰ ਬਕੜਵਾਹ ਵੱਲ ਤਵੱਜੋ ਨਾ ਦਿੱਤੀ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਟਾਲ-ਮਟੋਲ ਵਾਲੇ ਰਵੱਈਏ ਨੇ ਗੁਰਬਚਨ ਸਿੰਘ ਨੂੰ ਸਿੱਖੀ ਖਿਲਾਫ ਆਪਣਾ ਹਮਲਾ ਜਾਰੀ ਰੱਖਣ ਲਈ ਹੋਰ ਉਤਸ਼ਾਹਿਤ ਕੀਤਾ। ਨਿਰੰਕਾਰੀ ਮੁਖੀ ਨੇ ਹੋਰ ਦਰਸਾਸ ਵਿਖਾਉਂਦੇ ਹੋਏ 13 ਸਤੰਬਰ 1973 ਨੂੰ ਦਮਦਮੀ ਟਕਸਾਲ ਦੇ ਨਵੇਂ ਬਣੇ ਹੈੱਡਕੁਆਰਟਰ ਦੇ ਬਿਲਕੁਲ ਨਜ਼ਦੀਕ ਚੌਂਕ ਮਹਿਤਾ ਵਿਖੇ ਆਪਣਾ ਗਰੋਹ ਇਕੱਤਰ ਕੀਤਾ ਅਤੇ ਟਕਸਾਲ ਦੀ ਹਿੱਕ ਤੇ ਮੂੰਗ ਦਲਦਿਆਂ ਉਹਨਾਂ ਦੇ ਗੁਰੂਆਂ ਨੂੰ ਅਪਮਾਨਿਤ ਕਰਨ ਵਾਲਾ ਭੜਕਾਊ ਭਾਸ਼ਣ ਦਿੱਤਾ। ਇਹ ਨਿਰੰਕਾਰੀਆਂ ਵੱਲੋਂ ਦਿੱਤੀ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਇਹ ਸਿੱਖੀ ਦੇ ਅਸਲ ਗੜ੍ਹ ਉੱਪਰ ਹਮਲਾ ਸੀ। ਸੰਤ ਜਰਨੈਲ ਸਿੰਘ ਦੇ ਪੂਰਵਵਰਤੀ ਸੰਤ ਕਰਤਾਰ ਸਿੰਘ ਜੀ ਨੇ ਇਸ ਭੜਕਾਊ ਹਮਲੇ ਦਾ ਗੰਭੀਰ ਨੋਟਿਸ ਲਿਆ। ਇਸ ਲਈ ਉਹਨਾਂ ਨੇ ਵਿਸ਼ਈ ਨਿਰੰਕਾਰੀ ਅਤੇ ਉਹਨਾਂ ਦੀਆਂ ਅਧਰਮ ਕਾਰਵਾਈਆਂ ਦੇ ਖਿਲਾਫ ਭਾਰੀ ਮੁਜ਼ਾਹਰਾ ਕੀਤਾ। ਸੈਂਕੜੇ ਹੀ ਸ਼ਰਧਾਲੂ ਸਿੱਖ, ਚਾਲਬਾਜ਼ ਸਿੱਖ ਮੁੱਖ ਮੰਤਰੀ ਗਿਆਨੀ ਜੈਲ ਸਿੰਘ, ਜੋ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਝੋਲੀ ਚੁੱਕ ਸੀ, ਉਹਦੇ ਅਣਉਚਿਤ ਆਦੇਸ਼ਾਂ ਤਹਿਤ ਗ੍ਰਿਫਤਾਰ ਕਰ ਲਏ ਗਏ। ਪਰੰਤੂ ਸੰਤ ਕਰਤਾਰ ਸਿੰਘ ਨੇ ਨਿਡਰਤਾ ਨਾਲ ਆਪਣੀ ਜੱਦੋ-ਜਹਿਦ ਜਾਰੀ ਰੱਖੀ, ਜਿਸ ਦੇ ਫਲਸਰੂਪ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਕਈ ਹਿੰਸਕ ਝੜਪਾਂ ਹੋਈਆਂ। ਸਰਕਾਰ ਦੀ ਸਾਜ਼ਿਸ਼ੀ ਚੁੱਪ ਕਾਰਨ ਇਹ ਝੜਪਾਂ 13 ਅਪ੍ਰੈਲ 1978 ਨੂੰ, ਜੋ ਕਿ ਸਿੱਖਾਂ ਵੱਲੋਂ ਖਾਲਸੇ ਦੀ ਸਿਰਜਣਾ ਦੀ ਯਾਦ ਵਜੋਂ ਮਨਾਇਆ ਜਾਣ ਵਾਲਾ ਦਿਹਾੜਾ ਹੈ, ਅੰਮ੍ਰਿਤਸਰ ਵਿਖੇ ਇੱਕ ਦੁਖਦਾਈ ਘਟਨਾ ਦੇ ਰੂਪ ਵਿੱਚ ਸਿਖਰ ਉੱਤੇ ਪੁੱਜ ਗਈਆਂ। ਇਹ ਦੁਖਾਂਤ ਘਟਨਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਮੋੜ ਸਾਬਤ ਹੋਈ। ਸਿੱਖਾਂ ਵੱਲੋਂ ਵਿਸਾਖੀ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਦੀ ਯਾਦਗਾਰ ਵਿੱਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਿਰੰਕਾਰੀਆਂ ਨੇ ਇੱਕ ਸੋਚੀ ਸਮਝੀ ਚਾਲ ਅਧੀਨ ਜਾਣ ਬੁੱਝ ਕੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਆਪਣੀ ਸਾਲਾਨਾ ਇਕੱਤਰਤਾ ਕਰਨ ਦਾ ਨਿਰਣਾ ਲਿਆ, ਜੋ ਕਿ ਵਿਸਾਖੀ ਦਿਹਾੜੇ 2 ਸਮਾਰੋਹਾਂ ਦਾ ਦਿਨ ਸੀ। ਸੰਤ ਜਰਨੈਲ ਸਿੰਘ ਨੇ ਉਹਨਾਂ ਦੀ ਇਸ ਬਦਨੀਤ ਸਾਜ਼ਿਸ਼ ਦਾ ਵਿਰੋਧ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਕੋਲ ਨਿਰੰਕਾਰੀਆਂ ਨੂੰ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਖੇ ਸੰਮੇਲਨ ਕਰਨ ਦੀ ਆਗਿਆ ਨਾ ਦੇਣ ਦੀ ਮੰਗ ਕਰਦਿਆਂ ਰੋਸ ਪ੍ਰਗਟ ਕੀਤਾ। ਪਰ ਬਾਦਲ ਨੇ ਕੁਝ ਕੁ ਗੁਜਰਾਤੀ ਬ੍ਰਾਹਮਣ, ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੇ ਦਬਾਅ ਹੇਠ ਅਤੇ ਕੁਝ ਤਸਬੀ ਹਿੰਦੂਆਂ ਦੀ ਰਾਜਸੀ ਜਮਾਤ ਜਨ ਸਿੰਘ ਨੂੰ ਖੁਸ਼ ਕਰਨ ਹਿੱਤ ਨਿਰੰਕਾਰੀਆਂ ਨੂੰ ਉਹਨਾਂ ਦੀ ਪ੍ਰਸਤਾਵਿਤ ਇਕੱਤਰਤਾ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਪਖੰਡੀ ਸਿੱਖ ਅਤੇ ਚਾਲਬਾਜ਼ ਅਕਾਲੀ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੂੰ 13 ਅਪ੍ਰੈਲ 1978 ਵਾਲੇ ਦਿਨ ਅੰਮ੍ਰਿਤਸਰ ਵਿੱਚ ਹਾਜ਼ਰ ਰਹਿਣ ਦਾ ਆਦੇਸ਼ ਦੇ ਦਿੱਤਾ ਗਿਆ। ਸੰਤ ਜਰਨੈਲ ਸਿੰਘ ਨੇ ਖੁਦ ਜਾਤੀ ਤੌਰ ਤੇ ਉਸ ਨੂੰ ਨਿਰੰਕਾਰੀ ਇਕੱਠ ਤੇ ਪਾਬੰਦੀ ਲਾ ਕੇ ਸ਼ਰਧਾਲੂ ਸਿੱਖਾਂ ਨਾਲ ਝਗੜੇ ਦੀ ਸੰਭਾਵਨਾ ਟਾਲਣ ਦੀ ਬੇਨਤੀ ਕੀਤੀ, ਪਰ ਉਸ ਨੇ ਇੱਕ ਗੈਰ ਤਸੱਲੀ ਬਖਸ਼ ਬਹਾਨਾ ਲਾ ਕੇ ਸੰਤ ਨੂੰ ਲਾਂਭੇ ਕਰ ਦਿੱਤਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਪਹਿਲਾਂ ਹੀ ਨਿਰੰਕਾਰੀਆਂ ਨੂੰ ਸੰਮੇਲਨ ਕਰਨ ਦੀ ਆਗਿਆ ਦੇ ਚੁੱਕਾ ਹੈ। ਜੇ ਅਕਾਲੀ ਸਰਕਾਰ ਦੀ ਇੱਛਾ ਹੁੰਦੀ ਤਾਂ ਉਹ ਬੜੀ ਚੰਗੀ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਗਿਆ ਵਾਪਸ ਲੈਣ ਲਈ ਹਿਦਾਇਤ ਦੇ ਸਕਦੀ ਸੀ, ਪਰ ਉਹ ਅਜਿਹਾ ਕਿਉਂ ਕਰਦੀ, ਜਦ ਕਿ ਉਹ ਤਾਂ ਸੰਤ ਜਰਨੈਲ ਸਿੰਘ ਦੀ ਦੁਸ਼ਮਣ ਸੀ। ਇਸ ਲਈ ਉਸਨੇ ਸੰਤ ਜਰਨੈਲ ਸਿੰਘ ਜੀ ਨੂੰ ਨੀਵਾਂ ਦਿਖਾਉਣ ਹਿੱਤ ਇੱਛਾਪੂਰਵਕ ਇਹ ਸ਼ੈਤਾਨੀ ਕੀਤੀ। ਅਕਾਲੀ ਸਰਕਾਰ ਦੇ ਸ਼ੱਕੀ ਰੋੜ ਤੋਂ ਤੰਗ ਆ ਕੇ ਸੰਤ ਜਰਨੈਲ ਸਿੰਘ ਨੇ ਆਪਣੇ ਹਮਾਇਤੀਆਂ ਨਾਲ ਮਸ਼ਵਰਾ ਕੀਤਾ ਅਤੇ ਨਿਰੰਕਾਰੀ ਸੰਮੇਲਨ ਵਾਲੀ ਜਗ੍ਹਾ ਸ਼ਰਧਾਲੂ ਸਿੱਖਾਂ ਦਾ ਇੱਕ ਜਥਾ ਭੇਜ ਕੇ ਉਹਨਾਂ ਦੀਆਂ ਸਿੱਖ ਵਿਰੋਧੀ ਸਰਗਰਮੀਆਂ ਅਤੇ ਬੋਲਬਾਣੀ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਗਟ ਕਰਨ ਦਾ ਫੈਸਲਾ ਲਿਆ। ਜਿਉਂ ਹੀ ਇਹ ਛੋਟਾ ਜਿਹਾ ਜਥਾ ਉਸ ਅਸਥਾਨ ਨੇੜੇ ਪੁੱਜਾ ਤਾਂ ਖੂਨ ਦੇ ਪਿਆਸੇ ਨਿਰੰਕਾਰੀਆਂ ਨੇ ਜਥੇ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ।
ਅਤੇ ਇਸ ਦੌਰਾਨ ਤਕਰੀਬਨ 3 ਦਰਜਨ ਫੱਟੜ ਵੀ ਕਰ ਦਿੱਤੇ ਗਏ। ਜਦੋਂ ਬਿਨਾਂ ਕਿਸੇ ਭੜਕਾਹਟ ਦੇ ਇਹ ਗੋਲੀ ਚੱਲੀ, ਉਦੋਂ ਮੁੱਖ ਸਕੱਤਰ ਹਰਦੇਵ ਸਿੰਘ ਸ਼ੀਨਾ ਅਤੇ ਇੱਕ IAS ਅਫਸਰ ਨਿਰੰਜਨ ਸਿੰਘ ਨਿਰੰਕਾਰੀ ਸਟੇਜ ਉੱਤੇ ਮੌਜੂਦ ਸਨ। ਇਹ ਦੋਵੇਂ ਅਫਸਰ ਕੱਟੜ ਨਿਰੰਕਾਰੀ ਹਨ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਕਾਲੀ ਸਰਕਾਰ ਨੇ ਇਹਨਾਂ ਦੋਹਾਂ ਅਫਸਰਾਂ ਖਿਲਾਫ ਉਹਨਾਂ ਦੀ ਇਸ ਭਿਆਨਕ ਅਪਰਾਧ ਵਿੱਚ ਘਟੀਆ ਸ਼ਮੂਲੀਅਤ ਬਦਲੇ ਕੋਈ ਵੀ ਕਾਰਵਾਈ ਨਾ ਕੀਤੀ। ਪੁਲਿਸ ਨੇ ਵੀ ਇਸ ਵਹਿਸ਼ੀਆਨਾ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਦੇਖਿਆ। ਅੰਮ੍ਰਿਤਸਰ ਵਿੱਚ ਉਮਰਾ ਨੰਗਲ ਦੀ ਅਤੇ ਨਿਰੰਕਾਰੀ ਸਟੇਜ ਉੱਤੇ ਹਰਦੇਵ ਸਿੰਘ ਸ਼ੀਨਾ ਦੀ ਮੌਜੂਦਗੀ ਭੋਰਾ ਵੀ ਸ਼ੱਕ ਤੋਂ ਬਿਨਾਂ ਸਾਬਤ ਕਰਦੀ ਹੈ ਕਿ ਇਹਨਾਂ ਵਿਰੋਧੀ ਸ਼ਕਤੀਆਂ ਨੇ ਸਿੱਖੀ ਉੱਤੇ ਹੋ ਰਹੇ ਹਮਲੇ ਅਤੇ ਇਸ ਤੋਂ ਉਪਜਣ ਵਾਲੇ ਤਬਾਹਕੁਨ ਸਿੱਟਿਆਂ ਨੂੰ ਵਿਚਾਰੇ ਬਿਨਾਂ ਸੰਤ ਜਰਨੈਲ ਸਿੰਘ ਅਤੇ ਦਮਦਮੀ ਟਕਸਾਲ ਦੋਨਾਂ ਦਾ ਅਕਸ ਵਿਗਾੜਨ ਲਈ ਸਾਜ਼ਿਸ਼ ਕੀਤੀ ਸੀ। ਜਦੋਂ ਨਿਹੱਤੇ ਸਿੱਖਾਂ ਦੇ ਭਿਆਨਕ ਕਤਲੇਆਮ ਦੀ ਤੁਕਦਾਇਕ ਸੂਚਨਾ ਸੰਤ ਜਰਨੈਲ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੂੰ ਡੂੰਘਾ ਦੁੱਖ ਪਹੁੰਚਿਆ ਅਤੇ ਉਹਨਾਂ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਹ 13 ਸਿੱਦਕੀ ਸਿੱਖਾਂ ਦੇ ਖੂਨ ਨੂੰ ਅਜਾਈ ਨਹੀਂ ਜਾਣ ਦੇਣਗੇ। ਰੋਹ ਵਿੱਚ ਆਏ ਸਿੱਖਾਂ ਦੇ ਜ਼ਖਮੀ ਜਜ਼ਬਾਤਾਂ ਤੇ ਮੱਲ ਮਿਲਾਉਣ ਦੇ ਇਰਾਦੇ ਨਾਲ ਅਕਾਲੀ ਸਰਕਾਰ ਨੇ ਅਪਰਾਧੀ ਨਿਰੰਕਾਰੀਆਂ ਵਿਰੁੱਧ ਉਹਨਾਂ ਦੇ ਮੁਖੀ ਗੁਰਬਚਨ ਸਿੰਘ ਸਮੇਤ ਕਤਲ ਅਤੇ ਹੋਰ ਜੁਰਮਾਂ ਲਈ ਮੁਕੱਦਮਾ ਦਰਜ ਕਰ ਲਿਆ, ਪਰ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ। ਸੰਤ ਜਰਨੈਲ ਸਿੰਘ ਜੀ ਦਾ ਦੁੱਖ ਅਤੇ ਗੁੱਸਾ ਠੰਡਾ ਨਾ ਹੋਇਆ। ਉਹਨਾਂ ਨੇ ਅਕਾਲੀ ਸਰਕਾਰ ਦੀ ਢਿੱਲੀ ਕਾਰਜਕਾਰੀ ਦੀ ਨਿੰਦਾ ਕੀਤੀ ਅਤੇ ਨਿਰੰਕਾਰੀਆਂ ਦੇ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ। ਜਦੋਂ ਇਸ ਮੁਹਿੰਮ ਨੇ ਜ਼ੋਰ ਫੜਿਆ ਤਾਂ ਅਖੀਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੂੰ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਵਾਉਣ ਲਈ ਮਨਾਉਣ ਵਾਸਤੇ ਮਜਬੂਰ ਹੋ ਗਏ। ਅਕਾਲ ਤਖਤ ਨੇ ਇਹ ਹੁਕਮਨਾਮਾ 10 ਜੂਨ 1978 ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਜਾਰੀ ਕੀਤਾ ਅਤੇ ਜਥੇਦਾਰ ਵੱਲੋਂ ਮੰਜੀ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਇਕੱਤਰ ਹੋਈਆਂ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ। ਹੁਕਮਨਾਮਾ ਸੰਖੇਪ ਵਿੱਚ ਇਹ ਐਲਾਨ ਕਰਦਾ ਸੀ ਕਿ ਨਿਰੰਕਾਰੀਆਂ ਨੇ ਗੁਰਬਚਨ ਸਿੰਘ ਦੀ ਅਗਵਾਈ ਹੇਠ ਸਿੱਖਾਂ ਅਤੇ ਸਿੱਖ ਗੁਰੂਆਂ ਖਿਲਾਫ ਘਟੀਆ ਹਮਲਾ ਸ਼ੁਰੂ ਕੀਤਾ ਹੋਇਆ ਹੈ। ਇਸ ਦਾ ਮੰਤਵ ਸਿੱਖ ਧਰਮ ਨੂੰ ਅਪਮਾਨਿਤ ਕਰਨਾ ਹੈ। ਨਿਰੰਕਾਰੀ ਮੁਖੀ ਜੋ ਆਪਣੇ ਆਪ ਨੂੰ ਰੱਬੀ ਅਵਤਾਰ ਵਜੋਂ ਪੇਸ਼ ਕਰਦਾ ਹੈ, ਉਸਨੇ ਵਿਸਾਖੀ ਵਾਲੇ ਦਿਨ 13 ਸਿੱਖਾਂ ਦਾ ਕਤਲੇਆਮ ਕੀਤਾ ਹੈ। ਇਸ ਕਾਰਨ ਸਿੱਖ ਧਰਮ ਦੀ ਹੋਂਦ ਨੂੰ ਵੀ ਗੰਭੀਰ ਚੁਣੌਤੀ ਦਰਪੇਸ਼ ਹੋਈ ਹੈ। ਇਸ ਲਈ ਹਰ ਸਿੱਖ ਨੂੰ ਹਰ ਤਰ੍ਹਾਂ ਨਾਲ ਨਿਰੰਕਾਰੀਆਂ ਦੇ ਨੀਚ ਫਿਰਕੇ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਕਿ ਸਿੱਖ ਮਤ ਦਾ ਦੁਸ਼ਮਣ ਹੈ। ਸਭ ਸਿੱਖਾਂ ਨੂੰ ਹੋਰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਨਿਰੰਕਾਰੀਆਂ ਅਤੇ ਉਹਨਾਂ ਸਿੱਖਾਂ ਜੋ ਨਿਰੰਕਾਰੀਆਂ ਦੇ ਇਸ ਐਤਨਿਕ ਫੈਸਲੇ ਵਿੱਚ ਸ਼ਾਮਲ ਹੋਏ ਹਨ ਜਾਂ ਅਜੇ ਵੀ ਇਹਨਾਂ ਦੀ ਹਮਾਇਤ ਕਰਦੇ ਹਨ, ਉਹਨਾਂ ਦੇ ਨਾਲੋਂ ਸਾਰੇ ਨਾਤੇ ਤੋੜ ਲੈਣ। ਉਪਰੋਕਤ ਹੁਕਮਨਾਮੇ ਦਾ ਜਾਰੀ ਹੋਣਾ ਸੰਤ ਜਰਨੈਲ ਸਿੰਘ ਦੀ ਵੱਡੀ ਜਿੱਤ ਸੀ, ਪਰ ਹਾਲੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਸਨੇ ਸੰਤ ਜਰਨੈਲ ਸਿੰਘ ਜੀ ਨੇ ਸਾਰੇ ਨਿਰੰਕਾਰੀ ਭਵਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਜੋ ਉਸ ਦੇ ਅਨੁਸਾਰ ਪੰਜਾਬ ਵਿੱਚ ਸਿੱਖੀ ਖਿਲਾਫ ਜ਼ਹਿਰ ਫੈਲਾਉਣ ਵਾਲੇ ਪਾਪੀ ਅੱਡੇ ਸਨ। ਇਹ ਉਪਦੇਸ਼ ਦੀ ਪੂਰਤੀ ਲਈ ਉਹਨਾਂ ਨੇ ਉਦੋਂ ਤੱਕ ਆਪਣਾ ਅੰਦੋਲਨ ਜਾਰੀ ਰੱਖਿਆ ਜਦੋਂ ਤੱਕ ਅਕਾਲੀ ਸਰਕਾਰ 20 ਅਗਸਤ 1978 ਤੋਂ ਪੰਜਾਬ ਵਿਚਲੇ ਸਾਰੇ ਨਿਰੰਕਾਰੀ ਭਵਨਾਂ ਨੂੰ ਬੰਦ ਕਰਨ ਲਈ ਬੇਵਸ ਨਾ ਹੋ ਗਈ। ਸਿੱਖਾਂ ਨੇ ਖੁਸ਼ੀ ਮਹਿਸੂਸ ਕੀਤੀ, ਪਰ ਉਹਨਾਂ ਦੀ ਪ੍ਰਸੰਨਤਾ ਥੋੜਾ ਚਿਰ ਹੀ ਰਹੀ ਕਿਉਂਕਿ ਅਕਾਲੀ ਸਰਕਾਰ ਨੇ ਬ੍ਰਾਹਮਣ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਅਤੇ ਜਨਸੰਘ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਮਹਿਜ ਇੱਕ ਹਫ਼ਤੇ ਦੇ ਵਕਫੇ ਮਗਰੋਂ ਨਿਰੰਕਾਰੀਆਂ ਨੂੰ 27 ਅਗਸਤ 1978 ਤੋਂ ਭਵਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਪਰ ਸੰਤ ਜਰਨੈਲ ਸਿੰਘ ਜੀ ਨੇ ਇਸ ਕਾਰਵਾਈ ਦੀ ਇਹ ਕਹਿੰਦਿਆਂ ਵਿਰੋਧਤਾ ਕੀਤੀ ਕਿ ਉਹ ਨਿਰੰਕਾਰੀ ਭਵਨਾਂ ਨੂੰ ਨਹੀਂ ਖੁੱਲ੍ਹਣ ਦੇਣਗੇ। ਸੰਤ ਭਿੰਡਰਾਂ ਵਾਲਿਆਂ ਦੇ ਨਿਰੰਕਾਰੀ ਭਵਨਾਂ ਨੂੰ ਨਾ ਖੁੱਲ੍ਹਣ ਦੇਣ ਵਾਲੇ ਬਿਆਨ ਦੇ ਪ੍ਰਤੀਕਰਨ ਵਜੋਂ ਜਨਸੰਘ ਦੇ ਅੰਮ੍ਰਿਤਸਰ ਇਕਾਈ ਦੇ ਨੇਤਾ ਹਰਬੰਸ ਲਾਲ ਖੰਨਾ ਨੇ ਐਲਾਨ ਕਰ ਦਿੱਤਾ ਕਿ ਉਹ ਨਿਰੰਕਾਰੀ ਭਵਨ ਮੁੜ ਖੋਲ੍ਹਣ ਲਈ 27 ਅਗਸਤ ਨੂੰ ਹਿੰਦੂਆਂ ਅਤੇ ਨਿਰੰਕਾਰੀਆਂ ਦੀ ਅਗਵਾਈ ਕਰੇਗਾ। ਇਹ ਸਧਾਰਨ ਰੂਪ ਵਿੱਚ ਸਿੱਖਾਂ ਨੂੰ ਅਤੇ ਵਿਸ਼ੇਸ਼ ਤੌਰ ਤੇ ਭਿੰਡਰਾਂ ਵਾਲੀ ਦਮਦਮੀ ਟਕਸਾਲ ਨੂੰ ਖੁੱਲ੍ਹੀ ਚੁਣੌਤੀ ਸੀ। ਲੜਾਈ ਵਿੱਚ ਉਲਝੀਆਂ ਇਹਨਾਂ ਦੋਹਾਂ ਧਿਰਾਂ ਦਰਮਿਆਨ ਮੁੱਠਭੇੜ ਹੋਣ ਦੇ ਖਦਸ਼ੇ ਨੂੰ ਮਹਿਸੂਸ ਕਰਦੇ ਹੋਏ ਬਾਦਲ ਨੇ ਟੌੜਾ ਅਤੇ ਤਲਵੰਡੀ ਕ੍ਰਮਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਸ ਦਿਨ ਅੰਮ੍ਰਿਤਸਰ ਜਾਣ ਦਾ ਇਰਾਦਾ ਤਿਆਗਣ ਲਈ ਮਨਾਉਣ ਵਾਸਤੇ ਬੇਨਤੀ ਕੀਤੀ। ਦੋਹਾਂ ਅਕਾਲੀ ਨੇਤਾਵਾਂ ਨੇ ਉਪਰੋਕਤ ਅਨੁਸਾਰ ਸੰਤ ਨੂੰ ਬੇਨਤੀ ਕੀਤੀ ਅਤੇ ਇਹ ਯਕੀਨ ਦਿਵਾਉਣ ਉਪਰੰਤ ਉਸ ਨੂੰ ਮਨਾਉਣ ਵਿੱਚ ਸਫਲ ਰਹੇ ਕਿ ਉਹ 27 ਅਗਸਤ 1978 ਵਾਲੇ ਦਿਨ ਨਿਰੰਕਾਰੀ ਭਵਨਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ। ਫਿਰ ਵੀ ਭਵਨਾਂ ਦੀ ਸੁਰੱਖਿਆ ਦਸਤਿਆਂ ਦੀ ਮਦਦ ਨਾਲ ਖੋਲ੍ਹ ਦਿੱਤਾ ਗਿਆ।
ਤਲਵੰਡੀ ਅਤੇ ਟੌੜਾ ਨੇ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਮਾਫੀ ਮੰਗੀ ਅਤੇ ਬਾਦਲ ਨੂੰ ਕਸੂਰਵਾਰ ਠਹਿਰਾਇਆ ਕਿ ਉਸਨੇ ਭਵਨਾਂ ਨੂੰ ਤਾਲਾਬੰਦ ਰੱਖਣ ਲਈ ਸਹਿਮਤੀ ਨਹੀਂ ਦਿੱਤੀ। ਇਸ ਤਰੀਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਾਲ ਵਿਸ਼ਵਾਸਘਾਤ ਅਤੇ ਛਲ ਕੀਤਾ ਗਿਆ ਸੀ। ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸਰਕਾਰ ਵੱਲੋਂ ਨੀਵਾਂ ਦਿਖਾਇਆ ਗਿਆ ਤਾਂ ਉਹਨਾਂ ਨੇ ਨਿਰੰਕਾਰੀ ਵਿਰੋਧੀ ਅੰਦੋਲਨ ਨੂੰ ਤੇਜ਼ ਕਰ ਦਿੱਤਾ, ਜਿਸ ਦਾ ਨਤੀਜਾ ਲਾਭਦਾਇਕ ਨਿਕਲਿਆ। ਹੁਣ ਬਾਦਲ ਨੇ ਖੁਦ ਆਪੇ ਐਲਾਨ ਕੀਤਾ ਕਿ ਉਹ ਨਿਰੰਕਾਰੀ ਭਵਨ ਬੰਦ ਕਰ ਦੇਣਗੇ। ਬਾਦਲ ਨੇ ਤਾਂ ਇਹ ਵੀ ਯਕੀਨ ਦਿਵਾਇਆ ਕਿ ਅਵਤਾਰ ਬਾਣੀ ਅਤੇ ਯੁੱਗ ਪੁਰਸ਼ ਦੋਵੇਂ ਨਿਰੰਕਾਰੀਆਂ ਦੀਆਂ ਕੁਫਰ ਭਰੀਆਂ ਪੁਸਤਕਾਂ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ, ਪਰ ਅਸਲ ਵਿੱਚ ਇਸ ਵਾਅਦੇ ਦੀ ਪੂਰਤੀ ਲਈ ਕੋਈ ਵੀ ਕਦਮ ਨਾ ਉਠਾਏ ਗਏ। ਇਸ ਦੇ ਨਤੀਜੇ ਵਜੋਂ ਨਿਰੰਕਾਰੀਆਂ ਵਿਰੁੱਧ ਅੰਦੋਲਨ ਬੇਰੋਕ ਜਾਰੀ ਰਿਹਾ। ਇਸੇ ਦੌਰਾਨ ਹੀ ਹਿੰਦੂਆਂ ਅਤੇ ਭਾਰਤ ਸਰਕਾਰ ਵੱਲੋਂ ਉਤਸ਼ਾਹਿਤ ਕੀਤੇ ਹੋਏ ਗੁਰਬਚਨ ਸਿੰਘ ਨੇ ਪੰਜਾਬ ਤੋਂ ਬਾਹਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਉਸਨੇ ਇਲਾਹਾਬਾਦ ਵਿੱਚ 25 ਸਤੰਬਰ 1978 ਦੇ ਦਿਨ ਨਿਰੰਕਾਰੀ ਸੰਮੇਲਨ ਕਰਨ ਦਾ ਐਲਾਨ ਕੀਤਾ, ਪਰ ਨਿਸ਼ਠਾਵਾਨ ਸਿੱਖਾਂ ਨੇ ਉਸ ਨੂੰ ਸ਼ਹਿਰੋਂ ਬਾਹਰ ਕੱਢਣ ਤੱਕ ਉਸ ਦਾ ਪਿੱਛਾ ਕੀਤਾ। ਇਸ ਤੋਂ ਮਗਰੋਂ ਉਸਨੇ 26 ਸਤੰਬਰ ਨੂੰ ਕਾਨਪੁਰ ਵਿਖੇ ਆਪਣੇ ਅਨੁਯਾਈਆਂ ਨੂੰ ਇਕੱਤਰ ਕੀਤਾ ਅਤੇ ਸੁਰੱਖਿਆ ਬਲਾਂ ਦੀ ਛਤਰਛਾਇਆ ਹੇਠ ਉੱਥੇ ਇੱਕ ਹੋਰ ਸੰਮੇਲਨ ਕਰ ਲਿਆ। ਸਿੱਧਕੀ ਸਿੱਖ ਮੁੜ ਵੱਡੀ ਤਾਦਾਦ ਵਿੱਚ ਉੱਥੇ ਇਕੱਠੇ ਹੋ ਗਏ, ਪਰ ਨਿਰੰਕਾਰੀਆਂ ਨੇ ਹਿੰਦੂ ਪੁਲਿਸ ਦੀ ਮਦਦ ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ। ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਸਿੱਖਾਂ ਉੱਪਰ ਗੋਲੀਆਂ ਚਲਾਈਆਂ। ਪੁਲਿਸ ਸ਼ਕਤੀ ਦੇ ਵਹਿਸ਼ੀਆਨਾ ਇਸਤੇਮਾਲ ਨੇ ਖੂਨੀ ਪੈੜਾਂ ਪਾ ਦਿੱਤੀਆਂ। 8 ਸਿੱਖ ਮਾਰੇ ਗਏ ਅਤੇ 80 ਦੇ ਕਰੀਬ ਗੰਭੀਰ ਜ਼ਖਮੀ ਹੋਏ। ਇਹ ਭਿਆਨਕ ਅਪਰਾਧ ਹਿੰਦੂ ਪੁਲਿਸ ਵੱਲੋਂ ਨਿਰੰਕਾਰੀਆਂ ਅਤੇ ਸਰਕਾਰ ਦੀ ਮਿਲੀ ਭੁਗਤ ਨਾਲ ਕੀਤਾ ਗਿਆ ਸੀ। ਇਸ ਕਾਨਪੁਰ ਦੇ ਦੁਖਾਂਤ ਨੇ ਇਹ ਪ੍ਰਤੱਖ ਦਿਖਾ ਦਿੱਤਾ ਕਿ ਹਿੰਦੂ ਸ਼ਰੇਆਮ ਨਿਰੰਕਾਰੀਆਂ ਦਾ ਸਾਥ ਦੇ ਰਹੇ ਸਨ ਅਤੇ ਸਿੱਖਾਂ ਵਿਰੋਧ ਲਾਮਬੰਦ ਸਨ। ਇਸ ਦੇ ਬਾਵਜੂਦ ਸੰਤ ਭਿੰਡਰਾਂਵਾਲਿਆਂ ਨੇ ਨਿਰੰਕਾਰੀ ਅਤੇ ਹਿੰਦੂਆਂ ਦੇ ਨਾਪਾਕ ਗੱਠਜੋੜ ਤੋਂ ਨਿਧੜਕ ਰਹਿੰਦੇ ਹੋਏ ਖਾਲਸੇ ਦੀ ਖੁੱਲ੍ਹੀ ਸ਼ਾਨ ਦੀ ਬਹਾਲੀ ਲਈ ਆਪਣੀ ਜੱਦੋਜਹਿਦ ਜਾਰੀ ਰੱਖੀ। ਜਦੋਂ ਵੀ ਅਤੇ ਜਿੱਥੇ ਵੀ ਕਿਤੇ ਅਕਾਲੀ ਸਿੱਖੀ ਦੇ ਰਸਤੇ ਤੋਂ ਥਿੜਕੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਉਹਨਾਂ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਠੀਕ ਰਸਤੇ ਤੇ ਚੱਲਣ ਦੀ ਸਲਾਹ ਦਿੱਤੀ। ਅਕਾਲੀਆਂ ਦੇ ਸਿੱਖ ਧਰਮ ਦੇ ਅਕੀਦੇ ਤੋਂ ਥਿੜਕਣ ਦੀ ਮਹੱਤਵਪੂਰਨ ਮਿਸਾਲ 26 ਅਕਤੂਬਰ ਤੋਂ 28 ਅਕਤੂਬਰ 1978 ਤੱਕ ਹੋਈ ਇਤਿਹਾਸਕ ਅਕਾਲੀ ਕਾਨਫਰੰਸ ਹੈ। ਸੰਤ ਜਰਨੈਲ ਸਿੰਘ ਕਾਇਰ ਹਰਚਰਨ ਸਿੰਘ ਲੌਂਗੋਵਾਲ, ਜਿਹੜਾ ਕਿ ਕਮਜ਼ੋਰ, ਬੂਝੜ ਅਤੇ ਠੋਸਿਆ ਗਿਆ ਆਗੂ ਸੀ, ਉਸ ਤੋਂ ਬਿਲਕੁਲ ਉਲਟ ਇੱਕ ਨਿਪੁੰਨ ਅਤੇ ਜਮਾਂਦਰੂ ਨੇਤਾ ਸਨ। ਲੌਂਗੋਵਾਲ ਕੇਵਲ ਸਰੀਰਕ ਕੱਦ ਕਾਠ ਵਿੱਚ ਹੀ ਬੌਣਾ ਨਹੀਂ ਸੀ, ਸਗੋਂ ਸਿਆਣਪ ਪੱਖੋਂ ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤੁਲਨਾ ਵਿੱਚ ਬੇਹੱਦ ਬੌਣਾ ਸੀ। ਸੰਤ ਭਿੰਡਰਾਂਵਾਲੇ ਕੋਲ ਮਹਾਨ ਦੂਰਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ। ਉਹਨਾਂ ਦੇ ਕੋਲ ਕਮਾਲ ਦੀ ਖੋਜੀ, ਅੰਤਰਦ੍ਰਿਸ਼ਟੀ ਅਤੇ ਅਨੁਭਵ ਸ਼ਕਤੀ ਸੀ। ਉਹ ਅਜਿੱਤ ਹੌਸਲੇ, ਸੂਰਮਗਤੀ ਅਤੇ ਰੂਹਾਨੀ ਤਾਕਤ ਦਾ ਪ੍ਰਤੀਕ ਸਨ। ਉਹਨਾਂ ਦੇ 6 ਫੁੱਟ ਤੋਂ ਵੱਧ ਲੰਮੇ ਕੱਦ, ਦਿਲ ਚੀਰਵੀਆਂ ਅਤੇ ਭਖਦੀਆਂ ਅੱਖਾਂ ਨੇ ਸਿੱਖ ਕਿਸਾਨੀ, ਸਿੱਖ ਬੁੱਧੀਜੀਵੀਆਂ ਅਤੇ ਸਿੱਖ ਨੌਜਵਾਨਾਂ ਦੀ ਸਿਥਲ ਹੋਈ ਸ਼ਕਤੀ ਵਿੱਚ ਮੁੜ ਜਾਨ ਪਾ ਦਿੱਤੀ। ਇਹਨਾਂ ਅਸਾਧਾਰਨ ਖੂਬੀਆਂ ਨੇ ਉਸ ਨੂੰ ਇੱਕ ਰਵਾਇਤੀ ਕਿਸਾਨ ਪ੍ਰਚਾਰਕ ਦੀ ਅਵਸਥਾ ਤੋਂ ਉੱਪਰ ਉਠਾ ਕੇ ਇੱਕ ਮਹਾਨ ਨੇਤਾ ਅਤੇ ਸਿੱਖ ਮਤ ਦੇ ਜਾਂਬਾਜ਼ ਰਾਖੇ ਦੇ ਰੁਤਬੇ ਤੇ ਪਹੁੰਚਾ ਦਿੱਤਾ। ਹੈ ਕੋਈ 20ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਪੈਦਾ ਹੋਇਆ ਅਜਿਹਾ ਕੋਈ ਹੋਰ ਨੇਤਾ ਜਿਸ ਨੇ ਖਾਲਸਾ ਪੰਥ ਅੰਦਰ ਵਿਸ਼ਵ ਪੱਧਰ ਤੇ ਇੰਜ ਨਵੀਂ ਜਾਨ ਪਾਈ ਹੋਵੇ ਅਤੇ ਇਸ ਨੂੰ ਇੱਕ ਅਜਿੱਤ ਅਤੇ ਅਟੁੱਟ ਸੰਸਥਾ ਦੇ ਰੂਪ ਵਿੱਚ ਉਭਾਰਿਆ ਹੋਵੇ? ਇਹ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕ੍ਰਿਸ਼ਮਈ ਅਤੇ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਉਸਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ। ਅਜਿਹਾ ਆਗੂ ਕਦੇ ਕਦਾਈ ਅਤੇ ਰੱਬ ਸਬੱਬੀ ਹੀ ਪੈਦਾ ਹੁੰਦਾ ਹੈ। ਇਸ ਲਈ ਉਸ ਦੀ ਲੌਂਗੋਵਾਲ ਨਾਲ ਬਰਾਬਰੀ ਕਰਨੀ ਸੂਰਜ ਦੀ ਮੋਮਬੱਤੀ ਨਾਲ ਬਰਾਬਰੀ ਕਰਨ ਦੇ ਤੁੱਲ ਹੈ। ਕਿਸੇ ਮੋਮਬੱਤੀ ਨੂੰ ਇੱਕੋ ਫੂਕ ਨਾਲ ਬੁਝਾਇਆ ਜਾ ਸਕਦਾ ਹੈ, ਪਰ ਸੂਰਜ ਬਾਰੇ ਅਜਿਹਾ ਸੋਚਣਾ ਸਰਾਸਰ ਬੇਵਕੂਫੀ ਹੈ। ਮੋਮਬੱਤੀ ਤਾਂ ਰੋਸ਼ਨੀ ਵੀ ਤਾਂ ਦਿੰਦੀ ਹੈ ਜਦੋਂ ਉਸ ਨੂੰ ਬਾਲਿਆ ਜਾਂਦਾ ਹੈ, ਪਰ ਸੂਰਜ ਆਪਣੀ ਸਦੀਵੀ ਊਰਜਾ ਨਾਲ ਚਮਕਦਾ ਹੈ ਅਤੇ ਜਿੱਥੇ ਵੀ ਜਾਂਦਾ ਹੈ ਰੋਸ਼ਨੀ ਵੰਡਦਾ ਹੈ। ਸੰਤ ਜਰਨੈਲ ਸਿੰਘ ਜੀ ਵੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਸੂਰਜ ਵਾਂਗ ਚਮਕਦੇ ਰਹਿਣਗੇ। 1983 ਦਾ ਵਰ੍ਹਾ ਧਰਮ ਯੁੱਧ ਮੋਰਚੇ ਅਤੇ ਅਕਾਲੀਆਂ ਲਈ ਬਹੁਤ ਨਾਜ਼ੁਕ ਸੀ। ਜਦੋਂ ਵੀ ਮੋਰਚਾ ਸਫਲਤਾ ਦੇ ਨੇੜੇ ਪਹੁੰਚਦਾ, ਇੰਦਰਾ ਗਾਂਧੀ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇ ਦਿੰਦੀ, ਪਰ ਮਸਲਿਆਂ ਨੂੰ ਸੁਲਝਾਉਣ ਦੇ ਇਰਾਦੇ ਨਾਲ ਨਹੀਂ, ਸਗੋਂ ਸਿੱਖਾਂ ਦੇ ਉਤਸ਼ਾਹ ਨੂੰ ਮੱਠਾ ਪਾਉਣ ਅਤੇ ਮੋਰਚੇ ਨੂੰ ਢਹਿੰਦੀ ਕਲਾ ਵਿੱਚ ਧਕੇਲਣ ਲਈ।
ਇਵੇਂ ਉਸਨੇ ਅਕਾਲੀ ਨੇਤਾਵਾਂ ਨੂੰ ਮੁਕੰਮਲ ਤੌਰ ਤੇ ਮੂਰਖ ਬਣਾਇਆ ਅਤੇ ਸਿੱਖ ਪੰਥ ਦੀਆਂ ਨਜ਼ਰਾਂ ਵਿੱਚ ਉਹਨਾਂ ਦੇ ਅਕਸ ਨੂੰ ਬੁਰੀ ਤਰ੍ਹਾਂ ਢਾਹ ਲਾਈ। ਉਸਨੇ ਉੱਚ ਦਰਜੇ ਦੀ ਹੁਸ਼ਿਆਰੀ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਨੀਵਾਂ ਦਿਖਾਇਆ ਅਤੇ ਇਵੇਂ ਲੌਂਗੋਵਾਲ ਦੇ ਅਕਸ ਨੂੰ ਵੀ ਢਾਹ ਲੱਗੀ ਅਤੇ ਉਹ ਜਲੀਲ ਹੋਇਆ। ਇਹ ਕੇਵਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੀ ਸਨ ਜੋ ਸਰਕਾਰ ਦੀ ਖਤਰਨਾਕ ਖੇਡ ਦੇ ਆਰ-ਪਾਰ ਦੇਖ ਰਹੇ ਸਨ। ਇਸ ਲਈ ਉਹਨਾਂ ਨੇ ਬਾਰ-ਬਾਰ ਅਕਾਲੀ ਨੇਤਾਵਾਂ ਨੂੰ ਸਰਕਾਰ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਦੇ ਮਸ਼ਵਰੇ ਨੂੰ ਗੰਭੀਰਤਾ ਨਾਲ ਨਾ ਮੰਨਿਆ। ਲੌਂਗੋਵਾਲ, ਬਰਨਾਲਾ, ਬਲਵੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਪੰਥ ਦੇ ਨਾਂ ਤੇ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਸਨ, ਪਰ ਮਹਾਨ ਨਾਇਕ ਸੰਤ ਜਰਨੈਲ ਸਿੰਘ ਜੀ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੱਤ ਦੀ ਰਾਖੀ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਜੂਝ ਰਹੇ ਸਨ। ਜਦੋਂ ਸੰਤ ਜਰਨੈਲ ਸਿੰਘ ਬੁੱਢੇ ਅਤੇ ਜਵਾਨ ਸਾਰੇ ਸਿੱਖਾਂ ਦੀ ਮਨ ਆਤਮਾ ਨੂੰ ਜਿੱਤ ਚੁੱਕੇ ਸਨ ਤਾਂ ਲੌਂਗੋਵਾਲ ਵਰਗੇ ਬੌਣੇ ਵਿਅਕਤੀ ਲਈ ਉਸ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਕੱਢਣਾ ਤਕਰੀਬਨ ਅਸੰਭਵ ਸੀ। ਆਪਣੀ ਲੀਡਰਸ਼ਿਪ ਨੂੰ ਖੋਰਾ ਲੱਗਦਾ ਮਹਿਸੂਸ ਕਰਕੇ ਲੌਂਗੋਵਾਲ ਨੇ ਸੰਤ ਭਿੰਡਰਾਂਵਾਲਿਆਂ ਦਾ ਕੰਡਾ ਕੱਢਣ ਲਈ ਬੜੀ ਤੀਬਰਤਾ ਨਾਲ ਇੰਦਰਾ ਗਾਂਧੀ ਨਾਲ ਸਾਂਠ-ਗਾਂਠ ਕੀਤੀ। ਲੌਂਗੋਵਾਲ ਨੇ ਗੁਰੂ ਨਾਨਕ ਨਿਵਾਸ ਵਿੱਚੋਂ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਵਾਸਤੇ ਇੰਦਰਾ ਗਾਂਧੀ ਨੂੰ ਹਰੀ ਝੰਡੀ ਦੇ ਦਿੱਤੀ। ਇਸ ਲਈ ਇੰਦਰਾ ਗਾਂਧੀ ਨੇ ਸੰਤ ਭਿੰਡਰਾਂਵਾਲਿਆਂ ਨੂੰ ਦਸੰਬਰ 1983 ਵਿੱਚ ਗ੍ਰਿਫਤਾਰ ਕਰਨ ਲਈ ਖੂਫੀਆ ਵਿਉਂਤ ਬਣਾਈ। ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਨੂੰ ਸੁਵਿਧਾਜਨਕ ਬਣਾਉਣ ਲਈ ਲੌਂਗੋਵਾਲ ਅਤੇ ਕਿਰਪਾਲ ਸਿੰਘ, ਜੋ ਅਕਾਲ ਤਖ਼ਤ ਦਾ ਖੁਦਗਰਜ਼ ਅਤੇ ਲਾਚਾਰ ਜਿਹਾ ਜਥੇਦਾਰ ਸੀ, ਉਹਨਾਂ ਨੇ ਸਿੱਧੇ ਤੌਰ ਤੇ ਵਿਚਾਰ ਕੇਂਦਰ ਤੱਕ ਪਹੁੰਚਾ ਦਿੱਤਾ ਕਿ ਗੁਰੂ ਨਾਨਕ ਨਿਵਾਸ ਦਰਬਾਰ ਸਾਹਿਬ ਦਾ ਹਿੱਸਾ ਨਹੀਂ ਅਤੇ ਕੇਂਦਰ ਸਰਕਾਰ ਬਿਨਾਂ ਝਿਜਕ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਉੱਥੇ ਕਮਾਂਡੋ ਭੇਜ ਸਕਦੀ ਹੈ। ਲੌਂਗੋਵਾਲ ਵਰਗੇ ਬੇਈਮਾਨ ਵੱਲੋਂ ਕੇਵਲ ਆਪਣੀ ਲੀਡਰਸ਼ਿਪ ਨੂੰ ਜਿੰਦਾ ਰੱਖਣ ਹਿੱਤ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਲਈ ਇਸ ਹੱਦ ਤੱਕ ਗਿਰ ਜਾਣਾ ਕੋਈ ਅਪਵਿੱਤਰ ਗੱਲ ਨਹੀਂ ਸੀ। ਇਸ ਹੋਸ਼ੀ ਸਾਜ਼ਿਸ਼ ਵਿੱਚ ਸਿੱਖ ਪੰਥ ਦੇ ਕੁਝ ਗੱਦਾਰਾਂ ਵਿੱਚੋਂ ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸਾਬਕਾ ਵਿੱਤ ਮੰਤਰੀ, ਇਹਨਾਂ ਤੋਂ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ ਨਾਮੀ ਯੋਕਰਨੁਮਾ ਸ਼ਖਸ ਵੀ ਸਰਗਰਮੀ ਨਾਲ ਸ਼ਾਮਲ ਸੀ। ਇਹਨਾਂ ਤਿੰਨਾਂ ਖੋਟੇ ਅਤੇ ਵਿਸ਼ਵਾਸਹੀਣ ਜੀਵਾਂ ਨੇ ਇੱਕ ਗੱਠਜੋੜ ਸਿਰਜਿਆ ਹੋਇਆ ਸੀ, ਜਿਸ ਦੀ ਸਲਾਹ ਤੇ ਲੌਂਗੋਵਾਲ ਬਹੁਤ ਇੱਛਾਪੂਰਵਕ ਅਮਲ ਕਰਦਾ ਸੀ। ਇੱਥੇ ਹਰ ਹਾਲਤ ਵਿੱਚ ਇਹ ਗਲਤ ਧਾਰਨਾ ਬਿਲਕੁਲ ਨਾ ਬਣਾਈ ਜਾਵੇ ਕਿ ਲੌਂਗੋਵਾਲ ਨੂੰ ਮੁਕੰਮਲ ਤੌਰ ਤੇ ਕੇਵਲ ਇਹਨਾਂ ਵੱਲੋਂ ਹੀ ਗੁੰਮਰਾਹ ਕੀਤਾ ਜਾਂਦਾ ਸੀ। ਅਸਲ ਵਿੱਚ ਉਹ ਆਪਣਾ ਕਪਟ ਭਰਪੂਰ ਰੋਲ ਪੂਰਨ ਸਵੈ ਇੱਛਾ ਭਾਵ ਦਿਲਚਸਪੀ ਨਾਲ ਅਦਾ ਕਰ ਰਿਹਾ ਸੀ। ਲੌਂਗੋਵਾਲ ਅਤੇ ਇੰਦਰਾ ਗਾਂਧੀ ਦੇ ਇਸ ਮੰਦਭਾਵੀ ਮਨਸੂਬੇ ਨੂੰ ਭਾਂਪਦੇ ਹੋਏ ਖਾਲਸਾ ਪੰਥ ਦੇ ਮਹਾਬਲੀ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ 15 ਦਸੰਬਰ 1983 ਨੂੰ ਆਪਣਾ ਟਿਕਾਣਾ ਅਕਾਲ ਤਖ਼ਤ ਵਿਖੇ ਬਦਲ ਲਿਆ ਅਤੇ ਸਿੱਖਾਂ ਦੇ ਕਾਜ ਲਈ ਲੜਾਈ ਜਾਰੀ ਰੱਖਣ ਖਾਤਰ ਇਸ ਨੂੰ ਆਪਣਾ ਹੈੱਡਕੁਆਟਰ ਬਣਾ ਲਿਆ। ਸੰਤ ਭਿੰਡਰਾਂਵਾਲੇ ਅਤੇ ਲੌਂਗੋਵਾਲ ਦਰਮਿਆਨ ਦਰਾੜ ਵਧਣ ਤੋਂ ਪਹਿਲਾਂ ਲੌਂਗੋਵਾਲ ਨੇ ਜਨਵਰੀ 1983 ਵਿੱਚ ਅੰਮ੍ਰਿਤਸਰ ਵਿਖੇ ਸਿੱਖ ਮੰਗਾਂ ਮਨਵਾਉਣ ਦੇ ਰਸਤੇ ਅਤੇ ਸਾਧਨ ਤਲਾਸ਼ਣ ਲਈ ਇੱਕ ਸੰਮੇਲਨ ਬੁਲਾਇਆ। ਇਸ ਸੰਬੰਧੀ ਹੁੰਗਾਰਾ ਡਾਢਾ ਉਤਸ਼ਾਹਜਨਕ ਸੀ, ਕਿਉਂ ਜੋ ਇਸ ਵਿੱਚ ਸਾਬਕਾ ਫੌਜੀਆਂ ਸਹਿਤ 3000 ਸਿੱਖਾਂ ਨੇ ਸ਼ਮੂਲੀਅਤ ਕੀਤੀ। ਸ਼ਾਮਲ ਹੋਣ ਵਾਲਿਆਂ ਵਿੱਚ 200 ਦੇ ਕਰੀਬ ਸਿੱਖ ਫੌਜੀ ਅਫਸਰ ਸਨ, ਜੋ ਕਰਨਲ ਦੇ ਰੈਂਕ ਤੋਂ ਉੱਪਰ ਸਨ। ਪਰ ਇਹਨਾਂ ਵਿੱਚੋਂ ਸਭ ਤੋਂ ਚਮਕਦਾ ਸਿਤਾਰਾ ਜਨਰਲ ਸੁਬੇਗ ਸਿੰਘ ਸੀ, ਜੋ ਮੁਕਤੀ ਬਾਹਨੀ ਦਾ ਆਯੋਜਕ ਸੀ ਅਤੇ 1971 ਦੀ ਬੰਗਲਾਦੇਸ਼ ਲੜਾਈ ਦਾ ਹੀਰੋ ਸੀ। ਉਸ ਜੰਗ ਵਿੱਚ ਸੁਬੇਗ ਸਿੰਘ ਦਾ ਪ੍ਰਦਰਸ਼ਨ ਬੇਹੱਦ ਉੱਤਮ ਸੀ ਅਤੇ ਇਸ ਰੋਲ ਸਦਕਾ ਸਾਰੇ ਰਾਸ਼ਟਰ ਵੱਲੋਂ ਉਸ ਦੀ ਉਸਤਤ ਅਤੇ ਵਾਹ-ਵਾਹ ਕੀਤੀ ਗਈ। ਪਰੰਤੂ ਬਹੁਤ ਜ਼ਿਆਦਾ ਹੰਕਾਰੀ ਅਤੇ ਵਡਿਆਈ ਦੀ ਲਾਲਸਾ ਰੱਖਣ ਵਾਲੀ ਇੰਦਰਾ ਗਾਂਧੀ ਅਜਿਹੀ ਫਿਤਰਤ ਦੀ ਔਰਤ ਨਹੀਂ ਸੀ ਜਿਹੜੀ ਕਿ 1971 ਦੀ ਜੰਗ ਦੀ ਜਿੱਤ ਦੀ ਵਡਿਆਈ ਕਿਸੇ ਹੋਰ ਨੂੰ ਸਾਂਝੀ ਕਰਨ ਦੀ ਆਗਿਆ ਦੇ ਸਕਦੀ। ਉਹ ਇਸ ਦੇ ਇੱਕੋ ਇੱਕ ਹੀਰੋ ਖੁਦ ਬਣਨਾ ਚਾਹੁੰਦੀ ਸੀ। ਇਸ ਸੰਦਰਭ ਵਿੱਚ ਉਸਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਇੱਕ ਫਜ਼ੂਲ ਜਿਹੇ ਕੇਸ ਵਿੱਚ ਫਸਾ ਦਿੱਤਾ। ਇਹ ਸਾਰੀ ਸ਼ਰਾਰਤ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਕੀਤੀ ਗਈ ਸੀ, ਜੋ ਉਸ ਦੀ ਸਾਖ ਨੂੰ ਘਟਾਉਣਾ ਚਾਹੁੰਦੀ ਸੀ। ਉਸਨੇ ਬੜਾ ਸਹਿਜੇ ਹੀ 1971 ਦੀ ਜੰਗ ਦੌਰਾਨ ਉਸ ਦੀ ਸਿਰ ਕੱਢਵੀਂ ਕਾਰਜਕਾਰੀ ਨੂੰ ਭੁਲਾ ਦਿੱਤਾ। ਇਹ ਕੋਈ ਪਹਿਲੀ ਵਾਰ ਨਹੀਂ ਕਿ ਉਸਨੇ ਇੱਕ ਸਿਰਮੌਰ ਫੌਜੀ ਜਨਰਲ ਨੂੰ ਅਪਮਾਨਿਤ ਕੀਤਾ ਹੋਵੇ। ਲਗਭਗ ਅਜਿਹੀ ਹੀ ਹੱਤਕ ਦਾ ਮੀਂਹ ਪਹਿਲੀ ਹਿੰਦ ਪਾਕ ਜੰਗ ਵਿੱਚ ਸਿਰ ਕੱਢਵੇਂ ਪ੍ਰਦਰਸ਼ਨ ਬਦਲੇ ਜਨਰਲ ਮਾਣਕ ਸ਼ਾਹ ਉੱਪਰ ਵੀ ਵਰਾਇਆ ਗਿਆ ਸੀ। ਸਾਬਕਾ ਫੌਜੀਆਂ ਨੇ ਸਿੱਖ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹਨਾਂ ਨੂੰ ਕੇਂਦਰ ਤੋਂ ਮਨਵਾਉਣ ਲਈ ਢੰਗ ਤਰੀਕੇ ਲੱਭਣ ਦਾ ਯਤਨ ਕੀਤਾ। ਉਹਨਾਂ ਵਿੱਚੋਂ ਕੁਝ ਨੇ ਲੌਂਗੋਵਾਲ ਦੀ ਨਰਮ ਅਤੇ ਸ਼ਾਂਤੀਪੂਰਨ ਨੀਤੀ ਦੀ ਹਮਾਇਤ ਕੀਤੀ।
ਜਦੋਂ ਕਿ ਬਹੁ ਗਿਣਤੀ ਨੇ ਸੰਤ ਭਿੰਡਰਾਂਵਾਲੇ ਦਾ ਪੱਖ ਲਿਆ, ਜਿਸ ਨੇ ਸਖਤ ਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਸੀ। ਸੰਤ ਭਿੰਡਰਾਂਵਾਲੇ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਜੇ ਉਹਨਾਂ ਨੇ ਇੰਦਰਾ ਗਾਂਧੀ ਅੱਗੇ ਡੰਡੌਤ ਕਰਨੀ ਜਾਰੀ ਰੱਖੀ ਤਾਂ ਕੇਂਦਰ ਸਰਕਾਰ ਕਦੇ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਸਵੀਕਾਰ ਨਹੀਂ ਕਰੇਗੀ। ਉਹਨਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਉਹਨਾਂ ਨੂੰ ਹਿੰਮਤ ਕਰਨ, ਇਕੱਠੇ ਹੋਣ ਅਤੇ ਆਪਣੇ ਜਾਇਜ਼ ਹੱਕ ਖੋਹ ਕੇ ਲੈਣ ਦੀ ਨਸੀਹਤ ਕੀਤੀ। ਸਾਬਕਾ ਸਿੱਖ ਫੌਜੀਆਂ ਅਤੇ ਅਫਸਰਾਂ ਨੇ ਸੰਤ ਭਿੰਡਰਾਂਵਾਲਿਆਂ ਦੀ ਜ਼ਬਰਦਸਤ ਹਮਾਇਤ ਕੀਤੀ। ਇਸ ਉੱਤੇ ਲੌਂਗੋਵਾਲ ਨੇ ਆਪਣੇ ਆਪ ਨੂੰ ਮਹੱਤਵਹੀਣ ਅਤੇ ਅਪਮਾਨਿਤ ਮਹਿਸੂਸ ਕੀਤਾ। ਮੇਜਰ ਜਨਰਲ ਸੁਬੇਗ ਸਿੰਘ ਸੰਤ ਭਿੰਡਰਾਂਵਾਲੇ ਵੱਲੋਂ ਅਪਣਾਈ ਗਈ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਹ ਉਸ ਦਾ ਮੁੱਖ ਸੈਨਿਕ ਸਲਾਹਕਾਰ ਬਣ ਗਿਆ। ਹਾਲਾਂਕਿ ਜਨਰਲ ਨਰਿੰਦਰ ਸਿੰਘ ਵੀ ਜੁਝਾਰੂ ਸੰਗਠਨਾਂ ਨੂੰ ਮਦਦ ਮੁਹੱਈਆ ਕਰਨ ਲਈ ਉੱਥੇ ਮੌਜੂਦ ਸੀ। IPS ਅਫਸਰ ਸਿਮਰਨਜੀਤ ਸਿੰਘ ਮਾਨ ਉਸ ਦਾ ਵਿਚਾਰਧਾਰਕ ਤੌਰ ਤੇ ਸਮਰਥਕ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਅਤੇ ਸੰਤ ਭਿੰਡਰਾਂਵਾਲਿਆਂ ਦੇ ਪੂਰਵ ਅਧਿਕਾਰੀ ਸੰਤ ਕਰਤਾਰ ਸਿੰਘ ਜੀ ਦਾ ਸਪੁੱਤਰ ਭਾਈ ਅਮਰੀਕ ਸਿੰਘ ਉਹਨਾਂ ਦਾ ਸਾਥੀ ਸੀ। ਸੁਰਿੰਦਰ ਸਿੰਘ ਸੋਢੀ ਸੰਤ ਭਿੰਡਰਾਂਵਾਲਿਆਂ ਦਾ ਸਿਰ ਕੱਢ ਜੁਝਾਰੂ ਅੰਗ ਰੱਖਿਅਕ ਸੀ। ਸੰਤ ਭਿੰਡਰਾਂਵਾਲੇ ਦੇ ਹੋਰ ਜੁਝਾਰੂ ਅੰਗ ਰੱਖਿਅਕ ਬਾਬਾ ਠਾਰਾ ਸਿੰਘ, ਭਾਈ ਸੁਜਾਨ ਸਿੰਘ ਮਨਾਵਾ, ਭਾਈ ਦਲਬੀਰ ਸਿੰਘ ਅਭਿਆਸੀ ਅਤੇ ਜਥੇਦਾਰ ਰਾਮ ਸਿੰਘ ਸੁਲਤਾਨਪੁਰ ਲੋਧੀ ਸਨ। ਭਾਈ ਯਸ਼ਪਾਲ ਸਿੰਘ ਜੋ ਸਾਇੰਸ ਮਾਸਟਰ ਦੀ ਨੌਕਰੀ ਤਿਆਗ ਕੇ ਟਕਸਾਲ ਦਾ ਮੈਂਬਰ ਬਣਿਆ ਸੀ, ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ PA ਸੀ। ਭਾਈ ਸੁਰਿੰਦਰ ਸਿੰਘ ਸੋਢੀ ਬਾਰੇ ਇਹ ਦੰਦ ਕਥਾ ਸੀ ਕਿ ਉਹ ਨਾ ਕੇਵਲ ਇੱਕ ਗਜ਼ਬ ਦਾ ਨਿਸ਼ਾਨੇਬਾਜ਼ ਹੀ ਸੀ, ਸਗੋਂ ਉਹ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਕੋਈ ਵੀ ਚੀਜ਼ ਚਲਾ ਸਕਦਾ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਸੰਤ ਦਾ ਦੁਬਾਸ਼ੀਆ ਅਤੇ ਮੁੱਖ ਰਾਜਸੀ ਸਲਾਹਕਾਰ ਸੀ। ਭਾਈ ਰਣਜੀਤ ਸਿੰਘ, ਜਿਸ ਦੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਮਾਰਨ ਦਾ ਦੋਸ਼ ਸੀ, ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਵਿਸ਼ਵਾਸ ਪਾਤਰ ਸਨ। ਬਾਅਦ ਵਿੱਚ ਲੌਂਗੋਵਾਲ ਨੇ ਉਸ ਦਾ ਸੰਤ ਨਾਲ ਸਾਥ ਛੁਡਾ ਦਿੱਤਾ ਅਤੇ ਪਿੱਛੋਂ ਸੁਰਜੀਤ ਸਿੰਘ ਬਰਨਾਲੇ ਰਾਹੀਂ ਦਿੱਲੀ ਪੁਲਿਸ ਕੋਲ ਉਸ ਦੇ ਆਤਮ ਸਮਰਪਣ ਦਾ ਪ੍ਰਬੰਧ ਕੀਤਾ। ਬਰਨਾਲਾ ਉਸ ਨੂੰ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਲੈ ਕੇ ਗਿਆ ਅਤੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਪ੍ਰਤੱਖ ਤੌਰ ਤੇ ਸਿੱਧ ਕਰਦੀ ਹੈ ਕਿ ਬਰਨਾਲਾ ਸਰਕਾਰ ਦਾ ਗੁਪਤ ਏਜੰਟ ਸੀ। ਦਿੱਲੀ ਪੁਲਿਸ ਕੋਲ ਭਾਈ ਰਣਜੀਤ ਸਿੰਘ ਨੂੰ ਗੁਪਤ ਢੰਗ ਨਾਲ ਪੇਸ਼ ਕਰਕੇ ਉਸ ਨੇ ਨਿਰੰਕਾਰੀਆਂ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਖੁਸ਼ ਕੀਤਾ। ਇਸ ਸੇਵਾ ਬਦਲੇ ਬਾਅਦ ਵਿੱਚ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ ਅਤੇ ਪਿੱਛੋਂ ਤਾਮਿਲਨਾਡੂ ਦੀ ਗਵਰਨਰੀ ਨਾਲ। ਸਾਬਕਾ ਫੌਜੀਆਂ ਦੇ ਦਿਲ ਜਿੱਤ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਰਸੂਖ ਵਿੱਚ ਹੋਰ ਵਾਧਾ ਕਰ ਲਿਆ। ਫਿਰ ਉਹਨਾਂ ਨੇ ਆਪਣੇ ਅੰਦੋਲਨ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਸਾਰਾ ਖਾਲਸਾ ਪੰਥ ਉਹਨਾਂ ਦੇ ਨਾਲ ਖੜਾ ਹੈ ਅਤੇ ਉਹਨਾਂ ਦੀ ਰਹਿਨੁਮਾਈ ਅਤੇ ਆਦੇਸ਼ਾਂ ਦੀ ਉਡੀਕ ਵਿੱਚ ਹੈ। ਉਹ ਖਾਲਸਾ ਪੰਥ ਦੇ ਨਿਰਵਿਵਾਦ ਆਗੂ ਬਣ ਚੁੱਕੇ ਸਨ। ਹਾਲਾਂਕਿ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੇ 63 ਹੋਰਨਾਂ ਵਿਰੁੱਧ ਕਤਲ ਅਤੇ ਬਿਨਾਂ ਲਾਇਸੈਂਸ ਹਥਿਆਰ ਰੱਖਣ ਲਈ ਫੌਜਦਾਰੀ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਉਹ ਅਜੇ ਵੀ ਆਜ਼ਾਦ ਸਨ। ਪੰਜਾਬ ਦੇ ਕੱਟੜ ਨਿਰੰਕਾਰੀ ਮੁੱਖ ਸਕੱਤਰ ਹਰਦੇਵ ਸਿੰਘ ਚੀਨਾ ਨੇ 13 ਅਪ੍ਰੈਲ 1978 ਨੂੰ ਸਿੱਖਾਂ ਦੇ ਕਤਲ ਤੋਂ ਤੁਰੰਤ ਬਾਅਦ ਗੁਰਬਚਨ ਸਿੰਘ ਨੂੰ ਸੁਰੱਖਿਆ ਹੇਠ ਸਹੀ ਸਲਾਮਤ ਅੰਮ੍ਰਿਤਸਰ ਅਤੇ ਪੰਜਾਬ ਤੋਂ ਬਾਹਰ ਕੱਢ ਦਿੱਤਾ ਸੀ। ਫਿਰ ਵੀ ਅਪਰਾਧ ਨੂੰ ਸ਼ਹਿ ਦੇਣ ਵਾਲੇ ਇੱਕ ਅਫਸਰ ਖਿਲਾਫ, ਜਿਸ ਨੇ ਮੁੱਖ ਦੋਸ਼ੀ ਗੁਰਬਚਨ ਸਿੰਘ ਨੂੰ ਸ਼ਰਨ ਵੀ ਦਿੱਤੀ ਸੀ, ਕੋਈ ਕਾਰਵਾਈ ਨਾ ਕੀਤੀ ਗਈ। ਬੜਾ ਹੈਰਾਨੀਜਨਕ ਹੈ ਕਿ ਉਸ ਨੂੰ ਬਦਲਿਆ ਤੱਕ ਵੀ ਨਾ ਗਿਆ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਕਿ ਨਿਰੰਕਾਰੀ ਮੁਖੀ ਦਾ ਕੇਂਦਰ ਸਰਕਾਰ ਨਾਲ ਰਾਜਸੀ ਰਸੂਖ ਸੀ। ਉਹਨੇ ਫੌਜਦਾਰੀ ਮੁਕੱਦਮਾ ਪੰਜਾਬ ਤੋਂ ਹਰਿਆਣੇ ਦੇ ਸੂਬੇ ਵਿੱਚ ਤਬਦੀਲ ਕਰਾਉਣ ਦੀ ਪੱਤੇਬਾਜ਼ੀ ਖੇਡ ਲਈ। ਭਾਰਤ ਦੀ ਸੁਪਰੀਮ ਕੋਰਟ ਨੇ ਤੁਰੰਤ ਕੇਸ ਨੂੰ ਜ਼ਿਲ੍ਹਾ ਕਰਨਾਲ ਦੇ ਐਡੀਸ਼ਨਲ ਸੈਸ਼ਨ ਜੱਜ RS ਗੁਪਤਾ ਦੀ ਅਦਾਲਤ ਵਿੱਚ ਤਬਦੀਲ ਕਰਨ ਦਾ ਹੁਕਮ ਦੇ ਦਿੱਤਾ, ਜਿਹੜਾ ਕਿ ਇੱਕ ਮੌਕਾ ਪ੍ਰਸਤ ਅਤੇ ਬਦਨਾਮ ਭ੍ਰਿਸ਼ਟ ਨਿਆਇਕ ਅਫਸਰ ਸੀ। ਇਸ ਜੱਜ ਨੇ 4 ਜਨਵਰੀ 1980 ਨੂੰ 13 ਸਿੱਖਾਂ ਦਾ ਕਤਲ ਕਰਨ ਵਾਲੇ ਨਿਰੰਕਾਰੀ ਮੁਖੀ ਅਤੇ 60 ਤੋਂ ਉੱਪਰ ਹੋਰ ਸਾਰੇ ਦੋਸ਼ੀਆਂ ਨੂੰ ਬਰੀ ਕਰਕੇ ਸਿੱਖ ਪੰਥ ਨੂੰ ਚੌਂਕਾ ਦਿੱਤਾ। ਇਹ ਨਿਆਂ ਦਾ ਅਨਰਥ ਸੀ ਅਤੇ ਇਸ ਘਟੀਆ ਕਾਰਵਾਈ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਸੀ, ਕਿਉਂਕਿ ਉਸ ਨੇ ਉਸ ਭ੍ਰਿਸ਼ਟ ਨਿਆਇਕ ਅਫਸਰ ਉੱਪਰ ਨਿਰੰਕਾਰੀਆਂ ਦੇ ਪੱਖ ਵਿੱਚ ਫੈਸਲਾ ਦੇਣ ਲਈ ਸਾਰੇ ਹਕੂਮਤੀ ਪ੍ਰਭਾਵ ਵਰਤੇ ਸਨ। ਸਿੱਖਾਂ ਨਾਲ ਕੀਤੇ ਗਏ ਇਸ ਭਾਰੀ ਅਨਿਆਂ ਤੋਂ ਸੰਤ ਜਰਨੈਲ ਸਿੰਘ ਜੀ ਉਚਾਟ ਅਤੇ ਨਿਰਾਸ਼ ਹੋ ਉੱਠੇ, ਪਰੰਤੂ ਨਿਰੰਕਾਰੀ ਸਾਜ਼ਬਾਜ਼ ਰਾਹੀਂ ਹੋਈ ਆਪਣੀ ਅਦਾਲਤੀ ਜਿੱਤ ਤੋਂ ਪ੍ਰਸੰਨ ਅਤੇ ਆਨੰਦਿਤ ਹੋ ਉੱਠੇ। ਰਿਹਾਈ ਮੌਕੇ ਨਿਰੰਕਾਰੀ ਮੁਖੀ ਨੇ ਸਿੱਖਾਂ ਨੂੰ ਇੱਕ ਹੋਰ ਨਿਗੋਹ ਮਾਰ ਕੇ ਉਹਨਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕ ਦਿੱਤਾ। ਉਸਨੇ ਕਿਹਾ ਕਿ ਸਿੱਖਾਂ ਦੇ ਗੁਰੂ ਨੇ ਤਾਂ 52 ਰਿਹਾ ਕਰਾਏ ਸਨ, ਪਰ ਮੈਂ 63 ਜਣਿਆਂ ਨੂੰ ਆਪਣੇ ਨਾਲ ਰਿਹਾ ਕਰ ਲਿਆ ਹੈ। ਪਰੰਤੂ ਇਸ ਨੈਸ਼ ਘਟਨਾ ਨੇ ਨਿਰੰਕਾਰੀਆਂ ਵਿਰੁੱਧ ਸੰਘਰਸ਼ ਨੂੰ ਇੱਕ ਨਵੀਂ ਅਤੇ ਖਤਰਨਾਕ ਦਿਸ਼ਾ ਵੱਲ ਧੱਕ ਦਿੱਤਾ
ਆਰ.ਐਸ. ਗੁਪਤਾ ਨੇ ਗਲਤ ਫੈਸਲਾ ਦਿੰਦਿਆਂ ਕੇਵਲ ਨਿਆਂ ਦੇ ਆਦਰਸ਼ਾਂ ਦੀਆਂ ਹੀ ਧੱਜੀਆਂ ਨਹੀਂ ਉਡਾਈਆਂ, ਸਗੋਂ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ। ਸਿੱਖਾਂ ਨੂੰ ਉਹਨਾਂ ਦਾ ਪੁਰਾਣਾ ਇਤਿਹਾਸ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਦੀ ਯਾਦ ਦਿਵਾ ਦਿੱਤੀ ਗਈ, ਖਾਸ ਕਰ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ, ਜਿਨ੍ਹਾਂ ਨੇ ਖਾਲਸੇ ਨੂੰ ਪਾਪੀ ਦੁਸ਼ਮਣਾਂ ਤੋਂ ਬਦਲਾ ਲੈਣ ਦੀ ਲੋੜ ਬਾਰੇ ਵਿਸਥਾਰਪੂਰਵਕ ਸਮਝਾਇਆ ਸੀ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਦ੍ਰਿੜਤਾ ਨਾਲ ਪਾਲਣ ਕਰਦੇ ਹੋਏ ਦੋ ਬਹਾਦਰ ਅਤੇ ਸਾਹਸੀ ਸਿੱਖ ਨੌਜਵਾਨਾਂ ਭਾਈ ਰਣਜੀਤ ਸਿੰਘ ਅਤੇ ਕਾਬਲ ਸਿੰਘ ਨੇ 24 ਅਪ੍ਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਠੀਕ ਉਸ ਦੀ ਕਿਲ੍ਹਾ ਬੰਦ ਗੁਫਾ ਅੰਦਰ ਹੀ ਨਿਆਂਪੂਰਵਕ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਇੰਜ 13 ਸਿੱਖਾਂ ਦੀ ਸ਼ਹਾਦਤ ਦਾ ਹੱਕ ਲਿਆ। ਉਹਨਾਂ ਦੀ ਇਸ ਦਲੇਰ ਕਾਰਵਾਈ ਨੇ ਖਾਲਸੇ ਦੇ ਧਰਮ ਨੂੰ ਗੌਰਵਮਈ ਬਣਾ ਦਿੱਤਾ ਅਤੇ ਉਹ ਰਾਤੋਂ ਰਾਤ ਸਿੱਖ ਪੰਥ ਦੇ ਸੱਚਮੁੱਚ ਹੀਰੋ ਬਣ ਗਏ। ਸਰਕਾਰ ਨੇ ਦਿੱਲੀ ਦੀ ਅਦਾਲਤ ਵਿੱਚ ਕਤਲ ਦਾ ਮੁਕੱਦਮਾ ਦਰਜ ਕੀਤਾ ਅਤੇ ਉਸ ਵਿੱਚ ਭਾਈ ਰਣਜੀਤ ਸਿੰਘ ਦੇ ਨਾਲ ਸੰਤ ਜਰਨੈਲ ਸਿੰਘ ਦੇ ਵੱਡੇ ਭਰਾ ਜਗੀਰ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਅਤੇ ਉਸ ਉੱਤੇ ਇਹ ਦੋਸ਼ ਮੜਿਆ ਕਿ ਕਤਲ ਵਿੱਚ ਉਸ ਦੀ ਲਾਇਸੈਂਸੀ ਕਰਬਾਈਨ ਵਰਤੀ ਗਈ ਸੀ। ਸੰਤ ਜਰਨੈਲ ਸਿੰਘ ਜੀ ਉੱਪਰ ਵੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ। ਸਰਕਾਰ ਦੇ ਅਜਿਹੇ ਦਮਨਕਾਰੀ ਅਤੇ ਦਬਾਅਪੂਰਨ ਦਾਅ ਪੇਚਾਂ ਤੋਂ ਨਿਧੜਕ ਸੰਤ ਭਿੰਡਰਾਂਵਾਲਿਆਂ ਨੇ ਨਿਰੰਕਾਰੀ ਖਿਲਾਫ ਮੁਹਿੰਮ ਜਾਰੀ ਰੱਖੀ। ਉਹਨਾਂ ਨੇ ਪਿੰਡ-ਪਿੰਡ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖੰਡੇ ਦੀ ਧਾਰ ਤੋਂ ਸਿਰਜੇ ਖਾਲਸੇ ਦੇ ਗੌਰਵ ਨੂੰ ਜਗਾਇਆ। ਸਿੱਖ ਖਾਸ ਕਰਕੇ ਨੌਜਵਾਨ ਉਸ ਦੇ ਪ੍ਰਵਚਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਸ ਦੇ ਪ੍ਰਭਾਵਸ਼ਾਲੀ ਭਾਸ਼ਣਾਂ ਨੇ ਖਾਲਸਾ ਪੰਥ ਵਿੱਚ ਤਾਜ਼ਾ ਰੂਹ ਫੂਕ ਦਿੱਤੀ। ਉਸ ਦੀ ਦ੍ਰਿੜਤਾ ਪੂਰਵਕ ਅਤੇ ਬੇਰੋਕ ਜੱਦੋ-ਜਹਿਦ ਨੇ ਸਿੱਖਾਂ ਅਤੇ ਸਿੱਖ ਕਿਸਾਨੀ ਦੀ ਸੁੱਤੀ ਹੋਈ ਸ਼ਕਤੀ ਨੂੰ ਜ਼ੋਰਦਾਰ ਹਲੂਣਾ ਮਾਰਿਆ। ਉਸਨੇ 1978 ਤੋਂ 1983 ਤੱਕ ਦੇ 5 ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਖਾਲਸੇ ਨੂੰ ਮੁੜ ਜਗਾ ਦਿੱਤਾ, ਜੋ ਇਸ ਸਦੀ ਵਿੱਚ ਹੁਣ ਤੱਕ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਸੰਤ ਜਰਨੈਲ ਸਿੰਘ ਵੱਲੋਂ ਆਰੰਭੀ ਇਤਿਹਾਸਕ ਜੱਦੋ-ਜਹਿਦ ਨੇ ਸਿੱਖ ਧਰਮ ਵੱਲ ਸੇਧਤ ਨਿਰੰਕਾਰੀਆਂ ਅਤੇ ਹੋਰ ਵਿਰੋਧੀਆਂ ਦੇ ਹਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲਿਆ। ਸਿੱਖਾਂ ਤੇ ਮੁੜ ਖਾਲਸੇ ਦੀ ਅਸਲ ਆਤਮਾ ਦਾ ਰੰਗ ਚੜ੍ਹਿਆ, ਜੋ ਕਿ ਹਿੰਦੂ ਮਤ, ਕਮਿਊਨਿਜ਼ਮ ਅਤੇ ਨਿਰੰਕਾਰੀਆਂ ਆਦਿ ਦੇ ਪ੍ਰਭਾਵ ਹੇਠ ਫਿੱਕਾ ਹੋਇਆ ਪਿਆ ਸੀ। ਉਸ ਤੋਂ ਅੱਗੋਂ ਸੰਤ ਜਰਨੈਲ ਸਿੰਘ ਨੇ ਨਿਰੰਕਾਰੀਆਂ ਨੂੰ ਪੰਜਾਬ ਦੀ ਧਰਤੀ ਤੇ ਸੰਮੇਲਨ ਕਰਨ ਅਤੇ ਜਲੂਸ ਕੱਢਣ ਦੀ ਆਗਿਆ ਨਾ ਦਿੱਤੀ। ਇਹ ਉਸ ਦੀ ਵੱਡੀ ਜਿੱਤ ਸੀ, ਜਿਸ ਨੇ ਉਸ ਦੀ ਖਾਲਸੇ ਦੀ ਸ਼ੁੱਧੀਕਰਨ ਦੀ ਨਿਰਾਲੀ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ, ਉੱਥੇ ਉਸ ਦੇ ਸੱਚੇ ਸੇਵਕ ਸੰਤ ਜਰਨੈਲ ਸਿੰਘ ਨੇ ਇਸ ਨੂੰ ਮੁੜ ਸੁਰਜੀਤ ਕੀਤਾ। ਉਸ ਦੀ ਇਸ ਪ੍ਰਾਪਤੀ ਬਦਲੇ ਉਸ ਨੂੰ ਖਾਲਸਾ ਪੰਥ ਵੱਲੋਂ ਹਮੇਸ਼ਾ ਯਾਦ ਕੀਤਾ ਜਾਵੇਗਾ। ਕੇਵਲ ਉਸ ਦੇ ਕੱਟੜ ਵਿਰੋਧੀ ਹੀ ਨੱਕ ਮੂੰਹ ਚੜਾਉਣਗੇ। ਨਿਰੰਕਾਰੀਆਂ ਤੋਂ ਇਲਾਵਾ ਲਾਲਾ ਜਗਤ ਨਾਰਾਇਣ, ਜੋ ਕਿ ਕੱਟੜ ਆਰੀਆ ਸਮਾਜੀ ਸੀ ਅਤੇ ਜਲੰਧਰ ਆਧਾਰਿਤ ਹਿੰਦ ਸਮਾਚਾਰ ਅਖਬਾਰ ਸਮੂਹ ਦਾ ਮੁੱਖ ਸੰਪਾਦਕ ਸੀ, ਆਪਣੇ ਅਖਬਾਰਾਂ ਰਾਹੀਂ ਸੰਤ ਭਿੰਡਰਾਂਵਾਲੇ ਅਤੇ ਸਿੱਖ ਗੁਰੂਆਂ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤ ਕੇ ਅੱਗ ਉਗਲ ਰਿਹਾ ਸੀ। ਉਸਨੇ ਸਿੱਖ ਵਿਰੋਧੀ ਬਦਕਾਰ ਨਿਰੰਕਾਰੀ ਲਹਿਰ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਨਿਰੰਕਾਰੀ ਮੁਖੀ ਦੀਆਂ ਉਪੱਦਰ ਭਰੀਆਂ ਕਾਰਵਾਈਆਂ ਦੀ ਪੈਰਵੀ ਕਰਨ ਲਈ ਸੰਪਾਦਕੀਆਂ ਲਿਖਣ ਦੀ ਹੱਦ ਤੱਕ ਪਹੁੰਚ ਗਿਆ। ਇਹੀ ਨਹੀਂ, ਸਗੋਂ ਉਹ ਬਚਾਅ ਪੱਖ ਦੇ ਉੱਘੇ ਗਵਾਹ ਵਜੋਂ ਪੇਸ਼ ਹੋਇਆ ਅਤੇ ਕਤਲ ਦੇ ਕੇਸ ਵਿੱਚ ਗੁਰਬਚਨ ਸਿੰਘ ਦੇ ਹੱਕ ਵਿੱਚ ਝੂਠੀ ਗਵਾਹੀ ਦਿੱਤੀ। ਉਸ ਦੇ ਬੇਹੁਦਾ ਸਿੱਖ ਵਿਰੋਧੀ ਪ੍ਰਚਾਰ ਅਤੇ ਉਪੱਦਰੀ ਕਾਰਨਾਮਿਆਂ ਨੇ ਸਿੱਖ ਨੌਜਵਾਨਾਂ ਨੂੰ ਇਸ ਹੱਦ ਤੱਕ ਉਕਸਾਇਆ ਅਤੇ ਗੁੱਸੇ ਵਿੱਚ ਲੈ ਆਂਦਾ ਕਿ ਉਹਨਾਂ ਵਿੱਚੋਂ ਕਈ 3 ਜਣਿਆਂ ਨੇ ਉਸ ਨੂੰ 9 ਸਤੰਬਰ 1981 ਨੂੰ ਉਦੋਂ ਦਿਨ ਦੀਵੇ ਗੋਲੀ ਮਾਰ ਦਿੱਤੀ, ਜਦੋਂ ਉਹ ਆਪਣੀ ਕਾਰ ਵਿੱਚ ਲੁਧਿਆਣਾ ਤੋਂ ਜਲੰਧਰ ਸਫ਼ਰ ਕਰ ਰਿਹਾ ਸੀ। ਸਰਕਾਰ ਵੱਲੋਂ ਫਿਰ ਸੰਤ ਜਰਨੈਲ ਸਿੰਘ ਉੱਪਰ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਅਤੇ ਭਾਈ ਦਲਬੀਰ ਸਿੰਘ ਅਭਿਆਸੀ, ਨਛੱਤਰ ਸਿੰਘ ਰੋਡੇ, ਸੰਤ ਦੇ ਭਤੀਜੇ ਭਾਈ ਸਵਰਨ ਸਿੰਘ ਅਤੇ ਸੰਤ ਜੀ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇੱਕ ਚਲਾਕ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ 12 ਸਤੰਬਰ 1981 ਨੂੰ ਸੰਤ ਭਿੰਡਰਾਂਵਾਲਿਆਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। ਸੰਤ ਅਕਸਰ ਹੀ ਦਰਬਾਰਾ ਸਿੰਘ ਦੀ ਤੁਲਨਾ ਮੁਗਲ ਸਲਤਨਤ ਦੌਰਾਨ ਸਿੱਖਾਂ ਉੱਤੇ ਬੇਤਹਾਸ਼ਾ ਜੁਰਮ ਕਰਨ ਵਾਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨਾਲ ਕਰਦੇ ਸੀ। ਸਰਕਾਰ ਵੱਲੋਂ ਆਪਣੀ ਗ੍ਰਿਫਤਾਰੀ ਜਾਂ ਸਰੀਰਕ ਤੌਰ ਤੇ ਮਾਰ ਮਿਟਾਏ ਜਾਣ ਦੇ ਮਨਸੂਬੇ ਤੋਂ ਬੇਖਬਰ ਸੰਤ ਆਪਣੀਆਂ ਧਾਰਮਿਕ ਸਰਗਰਮੀਆਂ ਜਾਰੀ ਰੱਖਦੇ ਹੋਏ ਹਰਿਆਣਾ ਸੂਬੇ ਦੇ ਪਿੰਡ ਚੰਦੋ ਕਲਾਂ ਗਏ ਹੋਏ ਸਨ। ਇਸੇ ਦੌਰਾਨ ਹੀ ਪੰਜਾਬ ਦੇ ਚਾਲਬਾਜ਼ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਭਾਰਤ ਸਰਕਾਰ ਨੇ ਸੰਤ ਭਿੰਡਰਾਂਵਾਲਿਆਂ ਨੂੰ ਚੰਦੋ ਕਲਾਂ ਵਿੱਚ ਹੀ ਮਾਰ ਮੁਕਾਉਣ ਅਤੇ ਪਿੱਛੋਂ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਐਲਾਨਣ ਲਈ ਸਾਜ਼ਿਸ਼ ਘੜੀ। ਇਸ ਨੀਚ ਕੰਮ ਨੂੰ ਸਿਰੇ ਚਾੜ੍ਹਨ ਲਈ ਦਰਬਾਰਾ ਸਿੰਘ ਨੇ ਬੜੇ ਗੁਪਤ ਢੰਗ ਨਾਲ ਲਗਭਗ 1000 ਹਥਿਆਰਬੰਦ ਪੁਲਿਸ ਦੀ ਟੁਕੜੀ ਪਟਿਆਲਾ ਰੇਂਜ ਦੇ DIG
DS ਮਾਂਗੜ ਦੀ ਅਗਵਾਈ ਹੇਠ ਰਵਾਨਾ ਕਰ ਦਿੱਤੀ। ਇਸ ਭਾਰੀ ਹਥਿਆਰਬੰਦ ਪੁਲਿਸ ਫੋਰਸ ਵਿੱਚ CRP ਅਤੇ ਹਰਿਆਣਾ ਆਰਮਡ ਪੁਲਿਸ ਦੀਆਂ ਹਥਿਆਰਬੰਦ ਟੁਕੜੀਆਂ ਵੀ ਸ਼ਾਮਲ ਸਨ। ਇਹ ਭਾਰੀ ਫੋਰਸ ਸਬ ਮਸ਼ੀਨ ਗੰਨਾਂ, SLRਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਇਹਨਾਂ ਹਥਿਆਰਬੰਦ ਬਲਾਂ ਦਾ ਗੁਪਤ ਉਦੇਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿੱਥੀ ਸਾਜ਼ਿਸ਼ ਮੁਤਾਬਕ ਝੂਠੇ ਪੁਲਿਸ ਮੁਕਾਬਲੇ ਰਾਹੀਂ ਖਤਮ ਕਰਨਾ ਸੀ, ਕਿਉਂਕਿ ਉਹਨਾਂ ਦਾ ਮੰਤਵ ਕੇਵਲ ਉਸ ਨੂੰ ਗ੍ਰਿਫਤਾਰ ਕਰਨਾ ਨਹੀਂ ਸੀ। ਹਾਂ, ਜੇ ਉਹਨਾਂ ਦਾ ਇਰਾਦਾ ਕੇਵਲ ਸੰਤ ਜੀ ਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਇੰਨੇ ਭਾਰੀ ਤਰੀਕੇ ਨਾਲ ਹਥਿਆਰਬੰਦ ਅਤੇ ਵਿਸ਼ਾਲ ਪੁਲਿਸ ਫੋਰਸ ਭੇਜਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਸੀ, ਕਿਉਂਕਿ ਸੰਤ ਜੀ ਦੇ ਨਾਲ ਮਸਾਂ ਦਰਜਨ ਕੁ ਹਥਿਆਰਬੰਦ ਸਿੰਘ ਸਨ। ਸੰਤ ਭਿੰਡਰਾਂਵਾਲਾ ਕਮਾਲ ਦੀ ਅਨੁਭਵ ਸ਼ਕਤੀ ਅਤੇ ਰਾਜਸੀ ਦੂਰਦ੍ਰਿਸ਼ਟੀ ਨਾਲ ਵਰਸਾਇਆ ਹੋਇਆ ਸੀ। ਇਸ ਲਈ ਉਹਨਾਂ ਨੇ ਸਿਰ ਉੱਤੇ ਮੰਡਲਾਉਂਦੇ ਖਤਰੇ ਨੂੰ ਭਾਂਪ ਲਿਆ, ਕਿਉਂ ਜੋ ਉੱਥੇ ਉਹ ਸਰਕਾਰੀ ਮਸ਼ੀਨਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਨਹੀਂ ਸਨ। ਇਸ ਲਈ ਉਹ 12 ਸਤੰਬਰ ਦੀ ਰਾਤ ਚੰਦੋ ਕਲਾਂ ਤੋਂ ਤੁਰ ਪਏ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚਲੇ ਆਪਣੇ ਹੈੱਡਕੁਆਰਟਰ ਚੌਂਕ ਮਹਿਤਾ ਵਿਖੇ ਆ ਗਏ। ਜਦੋਂ ਚੰਦੋ ਕਲਾਂ ਤੋਂ ਉਸ ਦੀ ਰਵਾਨਗੀ ਦਾ ਅਜੇ ਦਰਬਾਰਾ ਸਿੰਘ ਅਤੇ DS ਮਾਂਗੜ ਦੀ ਅਗਵਾਈ ਹੇਠਲੇ ਉਸ ਦੇ ਹਥਿਆਰਬੰਦ ਲਾਣੇ ਨੂੰ ਇਲਮ ਹੀ ਨਹੀਂ ਸੀ। ਹਥਿਆਰਬੰਦ ਨੀਮ ਫੌਜੀ ਬੱਲਾਂ ਨੇ ਸੰਤ ਦੀ ਰਵਾਨਗੀ ਤੋਂ ਬਾਅਦ ਜਲਦੀ ਹੀ ਪਿੰਡ ਚੰਦੋ ਕਲਾਂ ਦੀ ਘੇਰਾਬੰਦੀ ਕਰ ਲਈ। ਉਹਨਾਂ ਨੇ ਲਗਭਗ 1 ਘੰਟਾ ਹਵਾਈ ਫਾਇਰਿੰਗ ਕੀਤੀ ਅਤੇ ਪਿੱਛੋਂ ਗੁਰਦੁਆਰੇ ਅਤੇ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲਈ। ਜਦੋਂ ਸੰਤ ਜਰਨੈਲ ਸਿੰਘ ਜੀ ਉੱਥੇ ਨਾ ਮਿਲੇ ਤਾਂ ਨੀਮ ਫੌਜੀ ਬਲ ਵਹਿਸ਼ੀ ਬਣ ਗਏ ਤੇ ਸਿੱਖਾਂ ਦੇ ਘਰਾਂ ਦੀ ਲੁੱਟ ਖਸੁੱਟ ਕੀਤੀ। ਉਹਨਾਂ ਨੇ ਬੁੱਢੇ ਅਤੇ ਜਵਾਨ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਹਨਾਂ ਦੀਆਂ ਔਰਤਾਂ ਨਾਲ ਵੀ ਛੇੜਖਾਨੀ ਕੀਤੀ। ਜਨੂੰਨ ਦੇ ਦੌਰੇ ਹੇਠ ਉਹਨਾਂ ਦਮਦਮੀ ਟਕਸਾਲ ਦੀਆਂ 2 ਮਿੰਨੀ ਬੱਸਾਂ ਨੂੰ ਅੱਗ ਲਾ ਦਿੱਤੀ ਅਤੇ ਕੁਝ ਧਾਰਮਿਕ ਪੁਸਤਕਾਂ ਅਤੇ ਪੋਥੀਆਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ। ਜਦੋਂ ਸੰਤ ਭਿੰਡਰਾਂਵਾਲਿਆਂ ਨੂੰ ਬੇਹੁਰਮਤੀ ਵਾਲੀ ਇਸ ਰਾਖਸ਼ੀ ਕਾਰਵਾਈ ਦਾ ਪਤਾ ਲੱਗਾ ਤਾਂ ਉਹਨਾਂ ਦੇ ਮਨ ਨੂੰ ਭਾਰੀ ਜ਼ਖਮ ਪਹੁੰਚਿਆ ਅਤੇ ਉਹਨਾਂ ਨੇ ਗੁਰਬਾਣੀ ਦੀ ਬੇਹੁਰਮਤੀ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ। ਭਾਰਤ ਸਰਕਾਰ ਨਾਲ ਸਾਜ਼ਬਾਜ਼ ਤਹਿਤ ਵਿਉਂਤੇ ਆਪਣੇ ਬਦਨੀਤ ਮਨਸੂਬੇ ਵਿੱਚ ਅਸਫਲਤਾ ਉਪਰੰਤ ਦਰਬਾਰਾ ਸਿੰਘ ਨੇ ਹੋਰ ਵੱਡੀ ਤਾਦਾਦ ਵਿੱਚ ਨੀਮ ਫੌਜੀ ਬਲ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਲਈ ਚੌਂਕ ਮਹਿਤਾ ਨੂੰ ਰਵਾਨਾ ਕਰ ਦਿੱਤੇ, ਪਰ ਸੰਤ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ। ਇੱਥੇ ਉਹ ਸਰਕਾਰੀ ਬਲਾਂ ਦੀ ਚੁਣੌਤੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਸਥਿਤੀ ਦੀ ਗੰਭੀਰਤਾ ਦਾ ਅਨੁਭਵ ਕਰਦਿਆਂ ਅਤੇ ਇਹ ਵਾਜਦਿਆਂ ਕਿ ਸੰਤ ਆਪਣੀ ਜਬਰੀ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਦ੍ਰਿੜ ਹੈ, ਸਰਕਾਰ ਢਿੱਲੀ ਪੈ ਗਈ ਅਤੇ ਉਸ ਨੇ ਸੰਤ ਨਾਲ ਉਸ ਦੀ ਗ੍ਰਿਫਤਾਰੀ ਦੀਆਂ ਸ਼ਰਤਾਂ ਤੈਅ ਕਰਨ ਲਈ ਗੱਲਬਾਤ ਕੀਤੀ। ਸੰਤ ਜਰਨੈਲ ਸਿੰਘ ਜੀ ਨੇ ਆਪਣੇ ਸਮਰਥਕਾਂ ਅਤੇ ਸੇਵਕਾਂ ਨਾਲ ਸਲਾਹ ਕਰਨ ਉਪਰੰਤ 20 ਸਤੰਬਰ 1981 ਨੂੰ ਇਹ ਸ਼ਰਤ ਲਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਕਰ ਦਿੱਤੀ ਕਿ ਉਸ ਦੀ ਗ੍ਰਿਫਤਾਰੀ ਕੋਈ ਅੰਮ੍ਰਿਤਧਾਰੀ ਸਿੱਖ ਅਫਸਰ ਅਮਲ ਵਿੱਚ ਲਿਆਵੇਗਾ। ਇਸ ਸ਼ਰਤ ਦੀ ਪੂਰਤੀ ਹਿੱਤ ਗੁਰਦਾਸਪੁਰ ਦੇ SSP ਜਰਨੈਲ ਸਿੰਘ ਚਾਹਲ ਨੂੰ ਇਹ ਕੰਮ ਸੌਂਪਿਆ ਗਿਆ। ਜਦੋਂ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇਣ ਦੀ ਪੇਸ਼ਕਸ਼ ਦੀ ਖਬਰ ਸਰਕਾਰ ਵੱਲੋਂ 15 ਸਤੰਬਰ 1981 ਨੂੰ ਜਨਤਕ ਤੌਰ ਤੇ ਦੱਸੀ ਗਈ ਤਾਂ ਬੁੱਢੇ, ਜਵਾਨ ਅਤੇ ਔਰਤਾਂ ਸਮੇਤ 2 ਲੱਖ ਦੇ ਕਰੀਬ ਸ਼ਰਧਾਲੂ ਸਿੱਖ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਅੰਦਰ ਅਤੇ ਆਲੇ ਦੁਆਲੇ ਇਕੱਤਰ ਹੋਏ। ਇਕਰਾਰ ਕੀਤੀ ਹੋਈ ਤਾਰੀਖ ਦੇ ਦਿਨ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਸੰਤ ਜੀ ਨੇ ਆਪਣੇ ਸਿਰ ਤੇ ਰੋਜ਼ਾਨਾ ਬੰਨ੍ਹੀ ਜਾਣ ਵਾਲੀ ਨੀਲੀ ਦਸਤਾਰ ਤੋਂ ਉਲਟ ਕੇਸਰੀ ਰੰਗ ਦੀ ਦਸਤਾਰ ਸਜਾਈ। ਕੇਸਰੀ ਰੰਗ ਖਾਲਸੇ ਵੱਲੋਂ ਸ਼ਹਾਦਤ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਦਿਨ ਉਹਨਾਂ ਨੇ ਕਿਹਾ ਕਿ ਉਹ ਮੌਤ ਨੂੰ ਗਲੇ ਲਾਉਣ ਜਾ ਰਹੇ ਨੇ, ਕਿਉਂਕਿ ਉਸ ਨੂੰ ਸ਼ੱਕ ਹੈ ਕਿ ਸਰਕਾਰ ਦੇ ਇਰਾਦੇ ਅਸ਼ੁਭ ਹਨ। ਗ੍ਰਿਫਤਾਰੀ ਲਈ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਦਿਲ ਟੁੰਬਵੀਂ ਤਕਰੀਰ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਚੁਣੌਤੀ ਦੇ ਮੁਕਾਬਲੇ ਲਈ ਅਤੇ ਖਾਲਸਾ ਪੰਥ ਦੀ ਦੁਸ਼ਮਣਾਂ ਦੇ ਹੱਲੇ ਤੋਂ ਰਾਖੀ ਕਰਨ ਲਈ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕ ਹੋ ਜਾਣ। ਉਪਰੰਤ ਉਹਨਾਂ ਨੇ ਸੰਗਤ ਨੂੰ ਅਲਵਿਦਾ ਕਿਹਾ ਅਤੇ ਉਡੀਕ ਕਰ ਰਹੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਹਮਨਾਮ ਪੁਲਿਸ ਅਫਸਰ ਨਾਲ ਲੁਧਿਆਣਾ ਨੂੰ ਚਲੇ ਗਏ। ਸੰਤ ਭਿੰਡਰਾਂਵਾਲੇ ਦੇ ਵਿਦਾ ਹੋਣ ਤੋਂ ਤੁਰੰਤ ਬਾਅਦ 2 ਲੱਖ ਤੋਂ ਵੱਧ ਦੀ ਗਿਣਤੀ ਵਿੱਚ ਜੁੜੇ ਸਿੱਖ ਸਰੋਤਿਆਂ ਦਰਮਿਆਨ ਭਾਰੀ ਅਫੜਾ ਦਫੜੀ ਮਚ ਗਈ। ਨੀਮ ਫੌਜੀ ਬਲਾਂ ਨੇ ਕੇਂਦਰ ਸਰਕਾਰ ਦੀਆਂ ਸੂਹੀਆਂ ਏਜੰਸੀਆਂ ਦੀ ਸ਼ਹਿ ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾ ਦਿੱਤੀ ਅਤੇ ਦਰਜਨ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰੇ ਸਿੱਖ ਗੰਭੀਰ ਜ਼ਖਮੀ ਕਰ ਦਿੱਤੇ। ਇਹ ਭੜਕਾਊ ਕਾਰਾ ਸੂਹੀਆਂ ਏਜੰਸੀਆਂ ਵੱਲੋਂ ਸੰਗਤ ਨੂੰ ਜਵਾਬੀ ਹਮਲੇ ਲਈ ਉਕਸਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ ਤਾਂ ਕਿ ਨੀਮ ਫੌਜੀ ਬਲ ਆਤਮ ਰੱਖਿਆ ਦੀ ਟੁੱਚਰ ਢਾਹ ਕੇ ਉਹਨਾਂ ਦਾ ਕਤਲੇਆਮ ਕਰ ਸਕਣ। ਪਰ ਸਰਕਾਰ ਆਪਣੇ ਇਸ ਅਸ਼ੁਭ ਇਰਾਦੇ ਵਿੱਚ
ਅਸਫਲ ਹੋ ਗਈ, ਕਿਉਂਕਿ ਸੰਤ ਜੀ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਇਕੱਤਰ ਹੋਈ ਸੰਗਤ ਨੂੰ ਭੜਕਾਹਟ ਦੇ ਬਾਵਜੂਦ ਸ਼ਾਂਤ ਰਹਿਣ ਦੀ ਨਸੀਹਤ ਦਿੱਤੀ ਸੀ। ਸੰਤ ਭਿੰਡਰਾਂਵਾਲੇ ਦੀ ਲੁਧਿਆਣੇ ਵਿਖੇ ਪੁੱਛ ਹੜਤਾਲ ਕਰਨ ਵਾਲੇ ਅਫਸਰ ਉਸ ਦੇ ਖਿਲਾਫ ਕੋਈ ਸਬੂਤ ਲੱਭਣ ਵਿੱਚ ਅਸਫਲ ਰਹੇ। ਫਿਰ ਵੀ 15 ਅਕਤੂਬਰ 1981 ਤੱਕ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਗਿਆ। ਉਹਨਾਂ ਦੀ ਅਣਉਚਿਤ ਨਜ਼ਰਬੰਦੀ ਵਿਰੋਧ ਰੋਸ ਵਜੋਂ ਗਜਿੰਦਰ ਸਿੰਘ ਦੀ ਅਗਵਾਈ ਹੇਠ ਕੁਝ ਸਿੱਖ ਨੌਜਵਾਨਾਂ ਨੇ 29 ਸਤੰਬਰ 1981 ਨੂੰ ਇੰਡੀਅਨ 에ਅਰਲਾਈਨ ਦੇ ਜਹਾਜ਼ ਨੂੰ ਅਗਵਾ ਕਰ ਲਿਆ ਅਤੇ ਪਾਕਿਸਤਾਨ ਵਿੱਚ ਲਾਹੌਰ ਵਿਖੇ ਉਤਾਰ ਲਿਆ ਗਿਆ। ਆਖਰਕਾਰ ਸਰਕਾਰ ਨੇ ਹੋਰ ਜਵਾਬੀ ਪ੍ਰਤੀਕਿਰਿਆ ਦੇ ਡਰੋਂ ਨਰਮੀ ਅਖਤਿਆਰ ਕਰਦਿਆਂ 15 ਅਕਤੂਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਨੂੰ ਬਿਨਾਂ ਸ਼ਰਤ ਫਿਰੋਜ਼ਪੁਰ ਜੇਲ੍ਹ ਤੋਂ ਰਿਹਾ ਕਰ ਦਿੱਤਾ। ਉਹ ਸ਼ਾਨਦਾਰ ਜੇਤੂ ਸਫਲਤਾ ਨਾਲ ਬਾਹਰ ਆਇਆ। ਉਸ ਦੇ ਨਾਮ ਅਤੇ ਸ਼ਾਨ ਵਿੱਚ ਬਹੁਤ ਵਾਧਾ ਹੋ ਚੁੱਕਾ ਸੀ ਅਤੇ ਹੁਣ ਉਹ ਸੱਚ ਹੀ ਆਕਾਸ਼ ਵਿੱਚ ਉੱਚੀਆਂ ਉਡਾਣਾਂ ਭਰਨ ਵਾਲੇ ਰਸਤੇ ਤੇ ਪਹੁੰਚ ਚੁੱਕਾ ਸੀ। ਸੰਤ ਭਿੰਡਰਾਂਵਾਲੇ ਵਿਰੁੱਧ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਨਿਰੰਕਾਰੀਆਂ ਖਿਲਾਫ ਬੜੇ ਸਧਾਰਨ ਜਿਹੇ ਤਰੀਕੇ ਨਾਲ ਦਰਜ ਕੀਤੇ ਗਏ ਕਤਲ ਦੇ ਮੁਕੱਦਮੇ ਨਾਲ ਤੁਲਨਾ ਕਰਨਯੋਗ ਹੈ। ਜਦੋਂ ਕਿ ਨਿਰੰਕਾਰੀ ਮੁਖੀ ਆਪਣੇ ਅਨੁਯਾਈਆਂ ਵੱਲੋਂ ਸਿੱਖਾਂ ਦਾ ਘਾਣ ਕੀਤੇ ਜਾਣ ਮੌਕੇ ਸਟੇਜ ਤੇ ਹਾਜ਼ਰ ਸੀ, ਉੱਥੇ ਲਾਲਾ ਜਗਤ ਨਾਰਾਇਣ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਨੇੜੇ ਕਤਲ ਕੀਤੇ ਜਾਣ ਸਮੇਂ ਸੰਤ ਭਿੰਡਰਾਂਵਾਲੇ ਹਰਿਆਣਾ ਵਿਚਲੇ ਪਿੰਡ ਚੰਦੋ ਕਲਾਂ ਵਿਖੇ ਗਏ ਹੋਏ ਸਨ। ਨਿਰੰਕਾਰੀ ਮੁਖੀ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ, ਜਦੋਂ ਕਿ ਸੰਤ ਭਿੰਡਰਾਂਵਾਲਿਆਂ ਨੂੰ ਅਨਿਆਂਪੂਰਵਕ 1 ਮਹੀਨਾ ਜੇਲ੍ਹ ਵਿੱਚ ਰੱਖਿਆ ਗਿਆ। ਸਰਕਾਰ ਦਾ ਇਸ ਤਰ੍ਹਾਂ ਸੰਤ ਦੇ ਵਿਰੁੱਧ ਅਤੇ ਨਿਰੰਕਾਰੀ ਮੁਖੀ ਦੇ ਹਿੱਤ ਵਿੱਚ ਪੱਖਪਾਤੀ ਹੋਣਾ ਬਹੁਤ ਹੀ ਸ਼ਰਮਨਾਕ ਮਾਮਲਾ ਹੈ। ਸਰਕਾਰ ਦਾ ਇਹ ਨਿਸ਼ੋਮੀ ਭਰਿਆ ਤੇ ਪੱਖਪਾਤੀ ਕਾਰਨਾਮਾ ਉਸ ਦੀ ਧਰਮ ਨਿਰਪੱਖਤਾ ਅਤੇ ਇਨਸਾਫ ਪਸੰਦੀ ਉੱਪਰ ਗੂੜਾ ਧੱਬਾ ਲਾਉਂਦਾ ਹੈ। ਪੁਸਤਕ ਵਿੱਚ ਅੱਗੇ ਦਰਜ ਮਨਹੂਸ ਘਟਨਾਵਾਂ ਇਹ ਸਪਸ਼ਟ ਕਰ ਦੇਣਗੀਆਂ ਕਿ ਸਰਕਾਰ ਨੇ ਘਟਨਾਕ੍ਰਮ ਦੇ ਇਸ ਧੁੰਦਲੇ ਦ੍ਰਿਸ਼ ਵਿੱਚ ਇੱਕ ਪਾਸੇ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਝਗੜੇ ਨੂੰ ਵਿਗਾੜਨ ਅਤੇ ਦੂਜੇ ਹੱਥ ਸਰਕਾਰ ਅਤੇ ਸਿੱਖਾਂ ਦਰਮਿਆਨ ਟਕਰਾਓ ਨੂੰ ਵਧਾਉਣ ਦੀ ਮਨਸ਼ਾ ਨਾਲ ਜਾਣ ਬੁੱਝ ਕੇ ਕਪਟ ਭਰਪੂਰ ਰੋਲ ਅਦਾ ਕੀਤਾ ਸੀ। ਨਿਆਂਪੂਰਨ ਪ੍ਰਸ਼ਾਸਨ ਵਿੱਚ ਸਹੀ ਅਰਥਾਂ ਵਿੱਚ ਯਕੀਨ ਰੱਖਣ ਵਾਲਾ ਕੋਈ ਵੀ ਮਨੁੱਖ ਜਿਹੀ ਬਦ ਸਰਕਾਰ ਨੂੰ ਲੋਕਾਂ ਦੀ ਸਹੀ ਨੁਮਾਇੰਦਾ ਸਰਕਾਰ ਨਹੀਂ ਕਹਿ ਸਕਦਾ। ਸਗੋਂ ਅਜਿਹੀ ਸਰਕਾਰ ਨੂੰ ਫਿਰਕੂ ਅਤੇ ਸੰਪਰਦਾਇਕ ਖਾਸੇ ਵਾਲੀ ਕਹਿਣਾ ਵਧੇਰੇ ਉਚਿਤ ਹੋਵੇਗਾ। ਕਾਂਗਰਸ ਸਰਕਾਰ ਨੇ ਪੰਜਾਬ ਸੰਕਟ ਨੂੰ ਵਿਗਾੜਨ ਲਈ ਘਟੀਆ ਖੇਡ ਖੇਡੀ। ਪਹਿਲਾਂ ਤਾਂ ਇਸ ਨੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਸਿੱਖਾਂ ਵਿਰੁੱਧ, ਵਿਸ਼ੇਸ਼ ਤੌਰ ਤੇ ਸੰਤ ਕਰਤਾਰ ਸਿੰਘ ਅਤੇ ਪਿੱਛੋਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਹੇਠਲੀ ਦਮਦਮੀ ਟਕਸਾਲ ਅਤੇ ਅਕਾਲੀ ਦਲ ਦੇ ਵਿਰੁੱਧ ਖੂਨੀ ਮੁਹਾਜ਼ ਖੋਲ੍ਹਣ ਲਈ ਝੰਬਾਲਿਆ। ਫਿਰ ਅੱਗੋਂ ਇਸ ਨੇ ਹਾਲਾਤਾਂ ਨੂੰ ਅਸਾਵੇਂ ਬਣਾ ਕੇ ਸਥਿਤੀ ਨੂੰ ਵਿਸਫੋਟਕ ਸਿਰੇ ਤੱਕ ਪੁੱਜਦਾ ਕਰਨ ਲਈ ਇੱਥੇ ਕਈ ਐਕਟਰ ਅਤੇ ਡਾਇਰੈਕਟਰ ਸ਼ਾਮਲ ਕਰ ਦਿੱਤੇ ਅਤੇ ਆਖਰੀ ਤੇ ਮਹੱਤਵਪੂਰਨ ਤੱਥ ਕਿ ਫਿਰ ਇਸ ਨੇ ਬਹੁਤ ਸਾਰੀਆਂ ਖੂਫੀਆ ਏਜੰਸੀਆਂ ਨੂੰ ਸੰਕਟ ਨੂੰ ਹੋਰ ਤੇਜ਼ ਕਰਨ ਹਿੱਤ ਇੱਥੇ ਘੁਸੇੜ ਦਿੱਤਾ ਤਾਂ ਕਿ ਅੱਗ ਵਿੱਚ ਸੁਲਗ ਰਹੇ ਪੰਜਾਬ ਅੰਦਰ ਫੌਜੀ ਕਾਰਵਾਈ ਲਈ ਖਤਰਨਾਕ ਅਤੇ ਢੁਕਵੀਂ ਸਥਿਤੀ ਬਣ ਸਕੇ ਅਤੇ ਆਖਰਕਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੰਗ ਦੇ ਮੈਦਾਨ ਵਿੱਚ ਤਬਦੀਲ ਕਰ ਹੀ ਦਿੱਤਾ।